वाहिगुरु जी का खालसा वाहिगुरु जी की फतेह। अज राहे मोहब्बत भाग 15वां पार्ट 15 भगत। सो भगत कौन हुंदे ने? भगत जिहड़े हन किन्हां नूं आपां कहंदे हां भगत। वट इज़ द डेफिनेशन ऑफ भगत? भगत दा वर्ड जिहड़ा है ना इंग्लिश विच द क्लोजेस्ट वी कैन गेट इज डिवोटी, बट इट डजन रिफ्लैक्ट प्रॉपरली। डिवोटी का वर्ड जो हजे भी भगत वास्ते छोटा है। सो डिवोटी जिहड़े हुंदे ने आम करके जिहड़े मूर्ति की पूजा करते हैं, जिहड़े कि सिर्फ एक रिचुअल नूं कंप्लीट करते हैं, पर भगत इज मोर दैन दैट। सो द बेस्ट शब्द फॉर भगत इज भगत। ओके, सो इंग्लिश विच उहदा आपां कोई होर मीनिंग नहीं लभ सकते। इस करके आपां ये देखना है कि भगत कौन हुंदे ने, भगतां विच किहड़े किहड़े गुण हुंदे ने, ते उहदे वास्ते आपां साखी भाई नवला जी, भाई निहाला जी, भगत धन्ना जी, भगत नामदेव जी, भाई मती दास जी, ते ये सारे आपां नूं इन्हां दे बारे आपां थोड़ा जिहा विचार करांगे। बिकॉज भगत, हाउ टू एक्सप्लेन भगत? भगत नूं गुरबाणी ने एक्सप्लेन कीता है, भगतां ने अपने जीवन दे विच उस नूं रिफ्लैक्ट कीता है, सिखां ने अपनी सिੱਖੀ ਨੂੰ ਆਪਣੀਆਂ ਕੁਰਬਾਨੀਆਂ ਆਪਣੇ ਜੀਵਨ ਨਾਲ ਉਹਨੂੰ ਰਿਫਲੈਕਟ ਕੀਤਾ। ਸੋ ਦ ਲਰਨਿੰਗ ਕਰਵ ਜਿਹੜਾ ਆਪਾਂ ਲਵਾਂਗੇ ਇਸ ਟਰੂ ਸਟੋਰੀਜ਼, ਟਰੂ ਸਾਖੀਜ਼, ਜਿਹਦੇ ਕਰਕੇ ਆਪਾਂ ਨੂੰ ਉਹ ਚੀਜ਼ ਦੀ ਸਮਝ ਪੈ ਜਾਵੇ। ਹੁਣ ਇਹ ਜਿਹੜਾ ਹੈ ਨਾ ਨੋਰਮਲੀ ਆਪਾਂ ਇਹ ਦੇਖਿਆ ਹੈ ਨਾ ਕਿ ਕਲਚਰ ਐਂਡ ਨੌਲੇਜ ਜਿਹੜਾ ਹੈ ਨਾ ਇਹ ਦੋ ਚੀਜ਼ਾਂ ਜਿਹੜੀਆਂ ਹੈ ਨਾ ਇੱਕ ਚਾਹੀਦੀਆਂ ਨੇ, ਫਿਰ ਉਹਦਾ ਗਿਆਨ ਆਪਾਂ ਨੂੰ ਹੁੰਦਾ ਹੈ। ਜੇ ਕਲਚਰ ਹੋਰ ਕਲਚਰ ਦੇ ਵਿੱਚੋਂ ਤੁਸੀਂ ਇੰਗਲਿਸ਼ ਲੈਂਗੁਏਜ ਵਿੱਚੋਂ ਜਿਹੜਾ ਹਨ ਜਾਂ ਤੁਸੀਂ ਹੋਰ ਕੋਈ ਲੈਂਗੁਏਜ ਲੈ ਲਓ, ਤੁਸੀਂ ਇਹ ਚੀਜ਼ਾਂ ਨੂੰ ਸਮਝਣਾ ਚਾਹੋ ਤੁਹਾਨੂੰ ਨਹੀਂ ਸਮਝ ਆਏਗੀ, ਕਿਉਂਕਿ ਤੁਸੀਂ ਸਿਰਫ ਇੱਕ ਉਹ ਪੁਆਇੰਟ ਆਫ ਵਿਊ ਆਪਾਂ ਲਵਾਂਗੇ ਜਿਹੜਾ ਕਿ ਇੱਕ ਰਾਈਟਰ ਦਾ ਹੁੰਦਾ ਹੈ, ਦਾ ਆਥਰ ਜਿਹੜਾ ਕਿਤਾਬ ਲਿਖ ਰਿਹਾ ਹੈ ਉਹਦੇ ਆਪਣੇ ਖਿਆਲ ਨੇ। ਪਰ ਭਗਤ ਕੀ ਹੈ ਇਸ ਦੇ ਬਾਰੇ ਤਾਂ ਗੁਰਬਾਣੀਓ ਦੱਸ ਸਕਦੀ ਆ ਜਾਂ ਗੁਰੂ ਹੀ ਦੱਸ ਸਕਦਾ। Nobody else can say this, because ਇਹ ਉਹ ਚੀਜ਼ ਹੈ ਜਿਹੜੀ ਡਾਇਰੈਕਟਲੀ ਪਰਮਾਤਮਾ ਨਾਲ ਇੱਕ ਕਰਨ ਵਾਲੀ ਹੈ, ਜਿਹਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿੰਦਾ, ਉਹ ਭਗਤ ਹੈ। ਸੋ ਫਸਟ ਆਫ ਆਲ ਡੈਫੀਨੇਸ਼ਨ ਜਿਹੜਾ ਭਗਤ ਦਾ ਕੀ ਹੈ ਕਿ ਜਿਹਦੇ ਅੰਦਰ ਭਗਤੀ ਹੋਵੇ। ਹੁਣ ਜਿਵੇਂ ਆਪਾਂ ਕਹਿੰਦੇ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜੋ ਆਪਾਂ ਗਿਆਨ ਰਤਨਾਵਲੀ ਪੜ੍ਹੀਏ ਜਾਂ ਕੋਈ ਗੁਰਸਿੱਖਾਂ ਦੀ ਲਿਖੀ ਹੋਈ ਕਿਰਤ ਨੂੰ ਪੜ੍ਹੀਏ, ਉਹਦੇ ਵਿੱਚ ਲਿਖਿਆ ਹੁੰਦਾ ਹੈ ਵੀ ਗੁਰੂ ਨਾਨਕ ਇੱਕ ਭਗਤੀ ਦਾ ਸਰੂਪ ਹੈ। ਗੁਰੂ ਜਿਹੜੇ ਆਪਣੇ 10 ਗੁਰੂ ਨੇ ਕਹਿੰਦੇ ਭਗਤੀ ਦਾ ਐਮਬੋਡੀਮੈਂਟ ਹੈ, ਇੱਕ ਭਗਤੀ ਨੂੰ ਪ੍ਰਕਾਸ਼ਨ ਵਾਸਤੇ। ਤੇ ਫਿਰ ਪਰਮਾਤਮਾ ਨੇ ਇਹ ਦੁਨੀਆ ਕਿਉਂ ਬਣਾਈ ਹੈ? ਦ ਰੀਜ਼ਨ ਫॉर ਪਰਮਾਤਮਾ ਟੂ ਕ੍ਰੀਏਟ ਦ ਹੋਲ ਵਰਲਡ ਇਜ਼ ਆਪਣੇ ਭਗਤਾਂ ਨੂੰ ਪ੍ਰਗਟ ਕਰਨ ਵਾਸਤੇ। ਆਪਣੇ ਭਗਤਾਂ ਨੂੰ ਪ੍ਰਗਟ ਕਰਨ ਵਾਸਤੇ ਪਰਮਾਤਮਾ ਨੇ ਇਹ ਸਾਰਾ ਪ੍ਰਪੰਚ ਬਣਾਇਆ, ਦੁਨੀਆ ਬਣਾਈ ਆ। ਉਹਦਾ ਕਾਰਨ ਹੈ ਆਪਣੇ ਭਗਤਾਂ ਦੀ ਵਡਿਆਈ ਕਰਾਉਣ ਵਾਸਤੇ, ਆਪਣੇ ਭਗਤਾਂ ਨੂੰ ਪ੍ਰਗਟ ਕਰਨ ਵਾਸਤੇ। ਸੋ ਯੂ ਕੈਨ ਸੀ ਫਰੋਮ ਹੇਅਰ that actually we are the by-products in the world, ਜਿਹੜੇ ਆਪਾਂ ਜਦੋਂ ਤੱਕ ਆਪਾਂ ਭਗਤੀ ਨਹੀਂ ਨਾ ਕਰਦੇ, ਜਦੋਂ ਤੱਕ ਆਪਾਂ ਪਰਮਾਤਮਾ ਦੇ ਮਾਰਗ ਤੇ ਨਹੀਂ ਤੁਰਦੇ, the world was not made for you। ਇਹ ਤਾਂ ਤੁਹਾਡੀ ਇੱਕ ਕਰਮ ਭੂਮੀ ਹੈ ਜਿੱਥੇ ਤੁਸੀਂ ਆਪਣੇ ਕਰਮ ਦਾ ਲੈਣਾ ਤੇ ਦੇਣਾ ਹੈ। ਤੁਸੀਂ ਇੱਕ ਟ੍ਰੇਡਿੰਗ ਕਰਨ ਵਾਸਤੇ ਆਏ ਹੋ, ਤੁਸੀਂ ਇੱਕ ਬਿਜ਼ਨਸ ਕਰਨ ਵਾਸਤੇ ਇੱਥੇ ਆਏ ਹੋ, ਜਿਵੇਂ ਲੋਕ ਆਫਿਸ ਨੂੰ ਜਾ ਕੇ ਆਪਣਾ ਆਫਿਸ ਦਾ ਕੰਮ ਕਰਦੇ। ਇਸ ਸੇਮ ਇਨ ਦ ਸੇਮ ਮੈਨਰ ਯੂ ਕੇਮ ਇਨਟੂ ਦਿਸ ਵਰਲਡ, ਆਲ ਆਫ ਅਸ ਆਰ ਲਾਈਕ ਦੈਟ until you reach to a level where you realize ਦੇ ਪਰਮਾਤਮਾ ਦੀ ਭਗਤੀ ਸਭ ਕੁਝ ਹੈ। ਉਸ ਦਿਨ ਤੋਂ ਤੁਹਾਡੇ ਵਾਸਤੇ ਇਹ ਦੁਨੀਆ ਬਣੀ ਹੈ, ਅਦਰਵਾਈਜ਼ ਨੋ। ਸੋ ਦੂਜਾ ਹੈ ਭਗਤ ਜਿਹੜਾ ਹੈ ਉਹ ਸਾਰੇ ਦੁਨੀਆ ਦੇ ਜਿਹੜੇ ਹਨ ਮੋਹ ਤੋਂ, ਅਟੈਚਮੈਂਟਸ ਤੋਂ, ਸਾਰੇ ਦੁਨੀਆ ਦੀਆਂ ਚੀਜ਼ਾਂ ਜਿਹੜੀਆਂ ਬੰਨ ਕੇ ਰੱਖਦੀਆਂ ਆਪਾਂ ਨੂੰ, ਉਹਨਾਂ ਤੋਂ ਪਰੇ ਹੈ। ਸੀ ਭਗਤ ਆਰ ਦ ਓਨਲੀ ਫ੍ਰੀ ਪੀਪਲ ਇਨ ਦ ਵਰਲਡ। ਜੇ ਫਰੀडम ਦੀ ਗੱਲ ਕਰਦੇ ਆ ਤੁਸੀਂ ਨਾ, ਤਾਂ ਭਗਤ ਫ੍ਰੀ ਹੈ। ਬਾਕੀ ਸਾਰੇ ਆਪਾਂ ਫਸੇ ਹੋਏ ਹਾਂ, ਕਿਸੇ ਨਾ ਕਿਸੇ ਪਾਸੇ ਤੋਂ ਕੋਈ ਨਾ ਕੋਈ ਫਸਿਆ ਹੋਇਆ ਹੈ। ਇਟਸ ਵੈਰੀ ਈਜ਼ੀ ਟੂ ਸੀ that ਮਾਇਆ ਵਿੱਚ ਫਸੇ ਹੋਏ, ਉਹ ਮਾਇਆ ਨੇ ਉਹਨਾਂ ਨੂੰ ਫੜਿਆ ਹੋਇਆ ਹੈ। ਪਰ ਕਈ ਜਿਹੜੇ ਕਿ ਸਿਮਰਨ ਵੀ ਕਰਦੇ ਨੇ, ਸਿੱਖੀ ਵੀ ਕਮਾਉਂਦੇ ਨੇ, ਪਰ ਉਹ ਫਿਰ ਆਪਣੇ ਹੰਕਾਰ ਦੇ ਵਿੱਚ ਜਾ ਫਸੇ। ਕਈ ਜਾ ਕੇ ਜਿਨ੍ਹਾਂ ਨੇ ਸਿੱਖੀ ਨੂੰ ਆਪਣੇ ਤੌਰ ਤੇ ਸਮਝ ਕੇ ਆਪਣੇ ਹਉਮੈ ਨੂੰ ਵਧਾਇਆ ਹੈ, ਉਹ ਉਹਦੇ ਵਿੱਚ ਫਸ ਗਏ। ਸੋ ਦ ਫ੍ਰੀ ਪੀਪਲ ਆਰ ਓਨਲੀ ਦ ਭਗਤ ਪੀਪਲ, nobody else is free।
ਸੋ ਭਗਤ ਜਿਹੜੇ ਹਨ ਉਹ ਕਿਸੇ ਵੀ ਦੁਨੀਆ ਦੇ ਰਾਜ ਤੋਂ ਨਹੀਂ ਡਰਦੇ, ਉਹਨਾਂ ਵਿੱਚ ਫੀਅਰ ਨਹੀਂ ਹੁੰਦਾ, ਉਹ ਨਿਰਭਉ ਹੈ। ਉਹ ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ। ਦਿਸ ਆਰ ਦ ਟੂ ਗੁਣ that comes together. You see, if you are ਨਿਰਭਉ and you have to be ਨਿਰਵੈਰ at the same time, ਇਹ ਕੋਈ ਗੱਲ ਸੌਖੀ ਨਹੀਂ। ਵੈਰ ਭਾਵਨਾ ਵੀ ਕਿਸੇ ਨਾਲ ਨਹੀਂ ਰੱਖਣੀ। See, you don't fear anybody, yet you don't have enmity for anybody. The two things has to come together. ਤੇ ਇਹ ਤਾਂ ਸਿਰਫ ਇੱਕ ਭਗਤ ਵਿੱਚ ਹੀ ਹੋ ਸਕਦੇ, ਹੋਰ ਕਿਸੇ ਵਿੱਚ ਨਹੀਂ ਇਹ ਦੋ ਗੁਣ ਹੋ ਸਕਦੇ। ਤਾਂ ਫਿਰ ਭਗਤ ਜਿਹੜੇ ਨੇ ਉਹ ਆਪਣੇ ਆਪ ਨੂੰ ਸਮਰਪਣ ਕਰਦੇ ਨੇ, ਸਰੈਂਡਰ ਕਰਦੇ ਨੇ ਆਪਣੇ ਇਸ਼ਟ ਦੇਵ ਗੁਰੂ ਨਾਨਕ ਸਾਹਿਬ ਜੀ। ਉਹ ਆਪਣੇ ਆਪ ਨੂੰ ਪਰਮਾਤਮਾ ਤੋਂ ਕੁਰਬਾਨ ਕਰਦੇ ਨੇ। ਉਹਨਾਂ ਦੇ ਵਾਸਤੇ ਪਰਮਾਤਮਾ ਤੋਂ ਪਰੇ ਕੁਝ ਨਹੀਂ ਹੈਗਾ। That means that nothing means to them anything than ਪਰਮਾਤਮਾ। ਪਰਮਾਤਮਾ ਤੋਂ ਬਗੈਰ ਉਹ ਕਿਸੇ ਨੂੰ ਜਾਣਦੇ ਨਹੀਂ। ਸੋ ਇਸ ਕਰਕੇ ਭਾਈ ਗੁਰਦਾਸ ਜੀ ਨੇ ਨਾ ਬੜਾ ਸੋਹਣਾ ਲਿਖਿਆ, ਕਹਿੰਦੇ ਪਰ ਉਪਕਾਰ ਸੇ ਰਚ ਭਗਤ ਨਿਸਾਣੀਐ। ਕਹਿੰਦੇ ਦੇਖੋ ਭਗਤਾਂ ਦਾ ਕੰਮ ਕੀ ਹੈ, what do ਭਗਤ does, because they don't come to the world to settle their karma. They are not here to just do a trading of their karma, give the bad karma, take good karma, or give good karma, take bad karma and go. ਉਹ ਇਹ ਸੌਦਾ ਨਹੀਂ ਕਰਨ ਵਾਸਤੇ ਆਏ। ਉਹ ਕੀ ਕਰਦੇ ਨੇ, ਪਰ ਉਪਕਾਰ ਰਚ ਭਗਤ ਨਿਸ਼ਾਨੀਆਂ। ਕਹਿੰਦੇ ਭਗਤਾਂ ਦੀ ਨਿਸ਼ਾਨੀ ਕੀ, ਉਹ ਪਰ ਉਪਕਾਰ ਵਿੱਚ ਰਚੇ ਰਹਿੰਦੇ। ਉਹ ਹਮੇਸ਼ਾ ਦੂਜੇ ਦਾ ਭਲਾ ਸੋਚਦੇ ਨੇ, ਉਹ ਆਪਣਾ ਨਹੀਂ ਸੋਚਦੇ। ਉਹ ਆਪਣਾ ਗਵਾ ਕੇ ਦੂਜੇ ਦਾ ਸਵਾਰਦੇ ਨੇ। See, this is the ਜਿਹੜਾ ਹਨ ਇੱਕ ਵੈਰੀ ਗਲੈਰਿੰਗ ਡਿਫਰੈਂਸ ਹੈ ਆਪਣੇ ਵਿੱਚ ਤੇ ਇੱਕ ਭਗਤ ਵਿੱਚ। Now, if I give you a choice, do you want to save your house or your neighbor's house from fire? What do you choose? Definitely you're going to choose your house. Let the neighbor house burn, never mind, then we can help him. Never mind, we will help him. But let his house burn, don't burn my house. ਆਪਣੀ ਤਾਂ ਇਹ ਗੱਲ ਆ ਨਾ, ਰਾਈਟ? ਆਪਾਂ ਕਿਸੇ ਦਾ ਪਰਉਪਕਾਰ ਨਹੀਂ ਕਰਦੇ। ਆਪਾਂ ਨਹੀਂ ਕਹਿੰਦੇ ਭਾਈ ਮਹਾਰਾਜ ਉਹਦਾ ਕਰਨਾ ਸਾੜੀ ਤੂੰ ਮੇਰਾ ਘਰ ਸਾੜ ਦੇ। ਨੋ ਨੈਵਰ ਕਰੇਗਾ ਨਾ। ਆਪਾਂ ਕਹਿੰਦੇ ਮੈਨੂੰ ਬਿਮਾਰੀ ਨਾ ਹੋਏ, ਬਟ ਨੈਵਰ ਮਾਈਂਡ ਪਰਮਾਤਮਾ, ਆਈ ਵਿਲ ਡੂ ਚੈਰਿਟੀ, ਆਈ ਵਿਲ ਹੈਲਪ ਦੋਜ਼ ਪੀਪਲ ਹੂ ਆਰ ਇਨ ਡਿਫਿਕਲਟੀਜ਼, ਬਟ ਕੀਪ ਦ ਡਿਫਿਕਲਟੀਜ਼ ਵਿਦ them. I will help them, it's okay. अपना तो ये हालात है। भगत ऐसा नहीं करते। ओके, लेट्स सी। ਆਪਾਂ ਅਗਾਂਹ ਤੁਰਦੇ ਹਾਂ, ਇੱਥੋਂ ਪਤਾ ਲੱਗਿਆ। ਸੋ ਭਾਈ ਨਵਲਾ ਜੀ ਤੇ ਭਾਈ ਨਿਹਾਲਾ ਜੀ ਦੀ ਸਾਖੀ ਆਉਂਦੀ ਹੈ। ਸੋ ਦਿਸ ਆ ਸਾਖੀ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਹ ਸਿੱਖ ਸਨ। ਇਹ ਸਿੱਖ ਜਿਹੜੇ ਹਨ ਇਹਨਾਂ ਦੀ ਸਾਖੀ ਭਗਤ ਮਾਲ ਵਿੱਚ ਆਉਂਦੀ ਹੈ, ਜੋ ਭਾਈ ਮਨੀ ਸਿੰਘ ਜੀ ਨੇ ਲਿਖੀ ਹੋਈ ਹੈ। ਭਾਈ ਗੁਰਦਾਸ ਦੀ 11ਵੀਂ ਵਾਰ ਦਾ ਟੀਕਾ ਹੈ। ਓਕੇ, ਸੋ ਉਹਦੇ ਵਿੱਚ ਲਿਖਦੇ ਭਾਈ ਨਵਲਾ ਤੇ ਭਾਈ ਨਿਹਾਲਾ ਜੀ ਨਾ, ਕਹਿੰਦੇ ਇਹ ਪਟਨਾ ਸਾਹਿਬ 'ਚ ਰਹਿਣ ਵਾਲੇ ਸਨ। ਇਹ ਪਟਨਾ ਦੇ ਸਿੱਖ ਸਨ। ਕਹਿੰਦੇ ਇਹਨਾਂ ਦਾ ਇੱਕੋ ਹੀ ਕਰਮ ਸੀ, ਇਹਨਾਂ ਨੇ ਸੱਚ ਬੋਲਣਾ। ਇਹਨਾਂ ਨੇ ਇੱਕੋ ਗੱਲ ਸਿੱਖੀ ਸੀ ਗੁਰੂ ਘਰ ਤੋਂ, ਵੀ ਝੂਠ ਨਹੀਂ ਬੋਲਣਾ, ਸੱਚ ਬੋਲਣਾ। ਦੈਟਸ ਇਟ, ਦੇ ਓਨਲੀ ਸਪੀਕ ਦ ਟਰੂਥ। ਤੇ ਕਹਿੰਦੇ ਇਹ ਸਿੱਖ ਜਿਹੜੇ ਸਨ ਗੁਰੂ ਮਹਾਰਾਜ ਦਾ ਭਜਨ ਸਿਮਰਨ ਕਰਨ ਵਾਲੇ, ਹਮੇਸ਼ਾ ਬਾਣੀ ਪੜ੍ਹਨ ਵਾਲੇ ਸਿੱਖ ਸੀਗੇ। ਤੇ ਕਹਿੰਦੇ ਉਹਨਾਂ ਦੀ ਇਹ ਜਿਹੜਾ ਸਿੱਖਾਂ ਦੀ ਇਹਨਾਂ ਨੇ ਸੇਵਾ ਵੀ ਕਰਨੀ, ਬਹੁਤ ਇਹਨਾਂ ਨੇ ਮਹਾਰਾਜ ਦੀਆਂ ਜੋ ਵੀ ਮਹਾਰਾਜ ਕਹਿੰਦੇ ਇਹ ਕਰਦੇ ਸਨ। ਪਰ ਇੱਕ ਦਿਨ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਸਵਾਲ ਕੀਤਾ। ਕਹਿੰਦੇ ਮਹਾਰਾਜ ਸਾਨੂੰ ਉਹ ਇੱਕ ਕਰਮ ਦੱਸ ਦਿਓ ਜਿਹੜੇ ਕਰਮ ਕਰਨ ਦੇ ਨਾਲ ਯੂ ਡੋਂਟ ਹੈਵ ਟੂ ਡੂ ਐਨੀਥਿੰਗ ਐਲਸ। ਜਸਟ ਗਿਵ ਅਸ ਵਨ ਕਰਮ ਦੈਟ ਵੀ ਹੈਵ ਟੂ ਡੂ ਐਂਡ ਵੀ ਡੋਂਟ ਹੈਵ ਟੂ ਡੂ ਐਨੀਥਿੰਗ ਐਲਸ। ਵਨ ਕਰਮ ਦੈਟ ਕੈਨ ਕਵਰ ਐਵਰੀਥਿੰਗ ਐਲਸ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਤਾਂ ਉਹਨਾਂ ਕਹਿਆ, ਕਈ ਇੱਕ ਕਹਿੰਦੇ ਹਨ ਕਿ ਉਪਾਸਨਾ ਜਿਹੜੀ ਮਹਾਰਾਜ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਨੇ ਕੀ ਦੱਸਿਆ ਉਹਨਾਂ ਨੂੰ, ਕਹਿੰਦੇ ਨਾਮ ਦੀ ਉਪਾਸਨਾ ਕਰੋ। ਨਾਮ ਦੀ ਉਪਾਸਨਾ। ਇਹ ਸਿੱਖ ਮਹਾਰਾਜ ਨੂੰ ਪੁੱਛਦੇ ਆ, ਕਹਿੰਦੇ ਉਹਨਾਂ ਕਹਿਆ, ਕਹਿੰਦੇ ਕਈ ਇੱਕ ਕਹਿੰਦੇ ਹਨ ਉਪਾਸਨਾ ਤਾਂ ਦੁਵੈਤ ਵਿੱਚ ਹੁੰਦੀ ਹੈ। ਓਕੇ, ਉਪਾਸਨਾ ਮੀਨਸ ਆਈ ਐਮ ਵਨ ਐਂਟੀਟੀ, ਇੱਕ ਐਂਟੀਟੀ ਹੋਰ ਆ, ਸੋ ਆਈ ਐਮ ਡੂਇੰਗ ਵਰਸ਼ਿਪ ਆਫ ਦ ਨੈਕਸਟ ਐਂਟੀਟੀ। ਸੋ ਇਹ ਦੋ ਹੋਣੇ ਚਾਹੀਦੇ ਤਾਂ ਉਪਾਸਨਾ ਹੁੰਦੀ ਹੈ। ਨੋ, ਇਫ ਯੂ ਵਾਂਟ ਟੂ ਡੂ ਡਿਵੋਸ਼ਨ ਯੂ ਨੀਡ ਸਮਥਿੰਗ ਟੂ ਡਿਵੋਟ ਟੂ। ਸੋ ਉਹ ਇੱਕ ਐਂਟੀਟੀ ਚਾਹੀਦੀ ਆ ਤੁਹਾਡੇ ਵਾਸਤੇ। ਇਹ ਕਹਿੰਦੇ ਗਿਆਨੀ ਤਾਂ ਆਪ ਹੀ ਬ੍ਰਹਮ ਹੀ ਹੋ ਰਹੇ ਹਨ। ਕਹਿੰਦੇ ਜਿਹੜੇ ਗਿਆਨੀ ਭਗਤ ਨੇ ਉਹ ਤਾਂ ਪਰਮਾਤਮਾ ਨਾਲ ਇੱਕ ਨੇ। For them the next entity doesn't exist, it's only them। ਉਹ ਇਕੱਲੇ ਹੀ ਹੈ। So upasana can only happen when they are two।
ਇੱਕ ਦੇ ਵਿੱਚ ਉਪਾਸਨਾ ਕਿਵੇਂ ਹੋਵੇਗੀ? Because when you realize the God is himself is you, you are him and he is you, ਗੱਲ ਹੀ ਮੁੱਕ ਗਈ। ਫਿਰ ਉਪਾਸਨਾ ਕਿਹਦੀ ਕਰਨੀ ਆ? ਓਕੇ, ਉਹਨਾਂ ਨੇ ਉਹ ਸਵਾਲ ਕੀਤਾ। ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨਾਂ ਨੂੰ ਦੱਸਿਆ, ਮਹਾਰਾਜ ਨੇ ਸਮਝਾਇਆ। ਕੀ ਸਮਝਾਇਆ ਜੀ? ਇਹਨਾਂ ਨੂੰ ਦੱਸਿਆ 4 ਤਰ੍ਹਾਂ ਦੇ ਭਗਤ ਹੁੰਦੇ ਹਨ। There are 4 types of ਭਗਤ। ਇੱਕ ਭਗਤ ਉਹਨਾਂ ਨੂੰ ਕਹਿੰਦੇ ਆ ਕਾਮੀ ਭਗਤ। ਕਾਮੀ ਭਗਤ ਉਹ ਹੁੰਦੇ ਨੇ, ਵੈਰੀ ਸਿੰਪਲ ਆ। ਕਾਮੀ ਭਗਤ ਮੀਨਸ ਕਾਮਨਾ, the people who wants to fulfill their wishes, their hopes। ਇਹ ਜਿਹੇ ਵੀ ਭਗਤ ਹੁੰਦੇ ਨੇ ਜਿਹੜੇ ਸਿਰਫ ਭਗਤੀ ਕਰਦੇ ਨੇ, ਮੇਰਾ ਇਹ ਕੰਮ ਠੀਕ ਹੋ ਜਾਵੇ, ਮੇਰਾ ਇਹ ਕੰਮ ਠੀਕ ਹੋ ਜਾਵੇ। There's a reason for them to do ਭਗਤੀ। ਉਹ ਹਮੇਸ਼ਾ ਮੰਗਦੇ ਹੀ ਰਹਿੰਦੇ ਨੇ, ਉਹਨਾਂ ਨੂੰ ਕਾਮੀ ਭਗਤ ਕਹਿੰਦੇ ਆ। ਪਰ ਹੈ ਤਾਂ ਭਗਤ। They dedicate their life, but they ask, always they want to ask for something। ਦੂਜੇ ਹੁੰਦੇ ਨੇ ਆਰਤ ਭਗਤ। ਆਰਤ ਭਗਤ ਉਹ ਨੇ ਜਿਹੜੇ ਦੁੱਖ ਵਿੱਚ ਚਲੇ ਜਾਣ ਫਿਰ ਪਰਮਾਤਮਾ ਨੂੰ ਯਾਦ ਕਰਦੇ, ਹੇ ਪਰਮਾਤਮਾ ਬਚਾ ਲਾ। ਓਕੇ, ਦੇ ਓਨਲੀ ਡਰਾਊਨਿੰਗ ਨਾਓ। ਉਦੋਂ ਫਿਰ ਪਰਮਾਤਮਾ ਪਲੀਜ਼ ਹੈਲਪ ਉਦੋਂ ਕਰਦੇ ਨੇ। ਸੁੱਖ ਵੇਲੇ ਪਰਮਾਤਮਾ ਨੂੰ ਭੁਲਾ ਦਿੰਦੇ ਨੇ, ਦੁੱਖ ਵੇਲੇ ਰੱਬ ਬਹੁਤਾ ਚੇਤੇ ਆਉਂਦਾ ਹੈ। ਸੋ ਮੋਸਟ ਆਫ ਅਸ ਸਿਟਿੰਗ ਡਾਊਨ ਹੇਅਰ ਆਰ ਆਰਤ ਭਗਤ ਔਰ ਕਾਮੀ ਭਗਤ, ਰਾਈਟ? So we only remember God when we have to. Arth Bhagata when we have no choice. We are only Bhagata of no choice. Correct? If we have choice, we never want to become Bhagata. Right? ਆਪਾਂ ਭਗਤੀ ਕਰਕੇ ਕੀ ਲੈਣਾ? ਟਾਈਮ ਖਰਾਬ ਆ, ਰਾਈਟ? ਜੋ ਦੁੱਖ ਹੁੰਦਾ ਹੈ ਫਿਰ ਯੈਸ ਵੀ ਹੈਵ ਟੂ ਡੂ। ਨਾਓ ਵੀ ਗੋਟ ਨੋ ਚੋਇਸ, ਰੈਡੀ? ਨਾਓ ਵੀ ਹੈਵ ਟੂ ਡੂ। ਓਕੇ, ਚਲੋ ਇਹ ਹੋ ਗਿਆ। ਉਪਾਸਨਾ। ਉਪਾਸਨਾ ਵਾਲੇ ਭਗਤ ਉਹ ਹੁੰਦੇ ਨੇ ਜੋ ਪਰਮਾਤਮਾ ਨੂੰ ਆਪਣਾ ਮਾਲਕ ਮੰਨਦੇ ਨੇ, ਵੀ ਪਰਮਾਤਮਾ ਮੇਰਾ ਮਾਲਕ ਹੈ, ਮੇਰਾ ਸਵਾਮੀ ਹੈ, ਕਹਿੰਦੇ ਕਿ ਉਹਨੂੰ ਮੈਂ ਜਪਣਾ ਹੈ। ਦੇਖੋ ਉਹਦੇ ਵਿੱਚ ਰਿਲੇਸ਼ਨਸ਼ਿਪ ਹੈ ਕਿ ਗੁਰੂ ਨਾਨਕ ਹੋ ਰਹਾ, ਮੈਂ ਹੋ ਰਹਾ, ਮੈਂ ਉਹਦੀ ਉਪਾਸਨਾ ਕਰਦਾ। ਮੈਂ ਗੁਰੂ ਨਾਨਕ ਦਾ ਭਗਤ ਹਾਂ, ਮੈਂ ਗੁਰੂ ਗੋਬਿੰਦ ਸਿੰਘ ਦਾ ਭਗਤ ਹਾਂ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਗਤ ਹਾਂ। You dedicate your life and you do bhakti for that, but you still think that you are different than him। ਅੰਨਾ ਕੁ ਫਰਕ ਰਹਿ ਗਿਆ, ਰਾਈਟ? ਉਹ ਵੀ ਠੀਕ ਆ, ਉਹ ਵੀ ਭਗਤੀ ਬਹੁਤ ਵਧੀਆ ਹੈ। ਬਟ ਚੌਥੀ ਭਗਤੀ ਜਿਹਨੂੰ ਗਿਆਨੀ ਭਗਤੀ ਕਹਿੰਦੇ ਆ, ਉਹਦੇ ਵਿੱਚ ਕੀ ਹੁੰਦਾ ਹੈ? ਉੱਥੇ ਇਉਂ ਲੱਗਦਾ ਹੈ ਵੀ ਰੱਬ ਪਰਮਾਤਮਾ ਨਾਲੋਂ ਦੈਟਸ ਨੋ ਅਦਰ। ਦੇ ਸੀ ਗੋਡ ਇਨ ਐਵਰੀਥਿੰਗ, ਦੇ ਸੀ ਗੋਡ ਵਿਦ ਇਨ ਐਵਰੀਥਿੰਗ। ਇਟ ਮੀਨਸ ਇਵਨ ਇਨ ਵਨ ਲੀਫ, ਇੱਕ ਪੱਤਾ ਵੀ ਇੱਕ ਦਰਖਤ ਦਾ ਦੇਖਦੇ, ਉਹਦੇ ਵਿੱਚ ਵੀ ਰੱਬ ਦੇਖਦੇ ਆ। ਜੇ ਇੱਕ ਟਾਣਾ ਵੀ ਦੇਖਦਾ ਉਹਦੇ ਵਿੱਚ ਵੀ ਰੱਬ ਦੇਖਦੇ ਆ, ਜੇ ਇੱਕ ਐਂਟ ਨੂੰ ਦੇਖਦੇ ਆ, ਇੱਕ ਕਾਕਰੋਚ ਨੂੰ ਦੇਖਦੇ ਉਹਦੇ ਵਿੱਚ ਵੀ ਰੱਬ ਨੂੰ ਦੇਖਦੇ ਆ। ਦੇ ਸੀ ਗੋਡ ਵਿਦ ਇਨ ਐਵਰੀਥਿੰਗ, ਸਾਰਿਆਂ ਵਿੱਚ ਰੱਬ ਹੈ। ਉਹਨੂੰ ਕਹਿੰਦੇ ਆ ਗਿਆਨੀ ਭਗਤ। ਓਕੇ, ਸੋ ਮਹਾਰਾਜ ਕਹਿੰਦੇ ਗਿਆਨੀ ਭਗਤ ਹੋਣਾ ਸਭ ਤੋਂ ਉੱਚੀ ਅਵਸਥਾ ਹੈ। ਹੁਣ ਲੈ ਲਓ ਮਹਾਰਾਜ ਦੇ ਬਚਨ ਸੀਗੇ ਨਾ। ਲੈਟਸ ਗੋ ਟੂ ਬਚਨ। ਚੌਥੀ ਭੂਮਿਕਾ ਥੀ ਜੋ ਸਤਵੀਂ ਭੂਮਿਕਾ ਗਿਆਨ ਨੂੰ ਪ੍ਰਾਪਤ ਕਰਦੀ ਹੈ। Now there are 3 bhumikas, there are 3 steps: Rajo, Tamo and Sato. This is called Maya. Okay, ये माया है। चौथी is what you call चौथा पद। चौथा पद, that means you are above Maya। सतवीं भूमिका, okay, now there are 7 bhumikas of ज्ञान। So पहली हुंदी है शुभ इच्छा, शुभ विचार। Okay, शुभ इच्छा means there are 7 steps ਜਿਹੜੇ ਦਿੱਤੇ ਹੋਇਆ ਇਨ ਯੋਰ ਸਪਿਰਿਚੁਅਲ ਡਿਵੈਲਪਮੈਂਟ। ਫਰਸਟ ਇਜ਼ ਟੂ ਹੈਵ ਸ਼ੁਭ ਇੱਛਾ। ਸ਼ੁਭ ਇੱਛਾ ਦਾ ਮਤਲਬ ਕੀ ਆ? ਕਿ ਤੁਸੀਂ ਤੁਹਾਡੇ ਮਨ ਵਿੱਚ ਚੰਗੀਆਂ ਇੱਛਾਵਾਂ ਲੈ ਕੇ ਆਉਣੀਆਂ। ਟੂ ਹੈਵ ਗੁੱਡ ਥਾਟਸ ਇਨ ਯੋਰ ਮਾਈਂਡ, ਟੂ ਥਿੰਕ ਗੁੱਡ ਅਬਾਊਟ ਅਦਰਸ, ਇਹ ਹੁੰਦੀ ਆ ਸ਼ੁਭ ਇੱਛਾ। ਸੀ ਆ ਵੈਨ ਯੂ ਆਸ, ਆਪਾਂ ਇਹ ਵੀ ਐਗਜ਼ਾਮਪਲ ਅੱਗੇ ਦਿੱਤਾ ਹੋਇਆ, ਦੇਖੋ ਨਾ। ਇਫ ਯੂ ਵਾਂਟ ਯੋਰ ਸਨ, ਯੋਰ ਡਾਟਰ ਟੂ ਗੈਟ ਨੰਬਰ 1, ਓਨਲੀ ਨੰਬਰ 1, nothing else. So what you are asking for? If the class has 50 students, 49 to not get number 1. This is what you are asking, right? So you are being selfish, right? If you go and interview the 49 other students, they want to become number 1 as well. So whatever you ask is dependent on others' failure. So your success is always based on others' failure. This is Maya. See, Shubh Ichha means what? Maharaj, kirpa karo, saaryan te kirpa karo, mere te bhi kar de, saaryan te kar. So if you get number 2, number 3, doesn't matter. It's okay. You must be happy. Someone got number 1,
You must be happy for him, not jealous of him. You must say, yes, he deserves it. He got it, he deserves it. Changa. Be happy for him. That is Shubh Ichha. That is the first step in spiritual life. If we don't have that, forget about your spiritual life. ਇਹਨੂੰ ਆਪਾਂ ਕਹਿੰਦੇ ਕੀ ਆ, ਇਹ ਰਜੋਗੁਣ ਹੈ। ਇਹ ਰਜੋਗੁਣ ਦਾ ਸੰਬੰਧਿਤ ਰੱਖਦਾ ਹੈ ਟੂ ਡੂ ਸਮਥਿੰਗ। ਸ਼ੁਭ ਵਿਚਾਰਨਾ, ਟੂ ਹੈਵ ਚੰਗੇ ਵਿਚਾਰ ਇਨ ਯੂ, ਆਲਵੇਜ਼ ਥਿੰਕ ਗੁੱਡ ਅਬਾਊਟ ਅਦਰਸ, ਆਲਵੇਜ਼ ਪ੍ਰੇ ਫॉर ਅਦਰਸ। ਆਪਾਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਸਕ ਗੁੱਡ ਫॉर ਅਦਰਸ। ਮਹਾਰਾਜ ਇਹਦਾ ਵੀ ਭਲਾ ਕਰੋ, ਇਹਦਾ ਵੀ ਭਲਾ ਕਰੋ। ਜੇ ਕੋਈ ਆ ਗਿਆ ਕੋਈ ਬਾਈਸਕਲ ਤੇ ਜਾਂ ਮਹਾਰਾਜ ਕਿਰਪਾ ਕਰਕੇ ਇਹਨੂੰ ਮੋਟਰ ਬਾਈਕ ਹੀ ਦੇ ਦਿਓ। ਜਿਨ੍ਹਾਂ ਕੋਲ ਮੋਟਰ ਬਾਈਕ ਆ ਉਹ ਗੱਡੀਆਂ ਦੇ ਵਿੱਚ ਜੀ ਆਉਂਦੇ ਆ, ਕਹਿੰਦੇ ਮਹਾਰਾਜ ਇਹਨਾਂ ਨੂੰ ਗੱਡੀਆਂ ਦੇ ਦਿਓ, ਸਾਨੂੰ ਤਾਂ ਨਹੀਂ ਤੰਗ ਕਰਨਗੇ, ਵਿੱਚ ਆਈ ਜਾਂਦੇ ਨੇ, ਹਨਾ। ਦੇਖੋ ਇਹ ਸ਼ੁਭ ਵਿਚਾਰ ਹੈ, ਚੰਗੀ ਵਿਚਾਰ ਰੱਖਣੀ, ਹਮੇਸ਼ਾ ਵਿਚਾਰ ਠੀਕ ਰੱਖਣੇ। ਜੇ ਮੀਂਹ ਆ ਗਿਆ, ਈਵਨ ਦੋ ਯੂ ਹੈਵ ਟੂ ਸਟਾਪ ਯੋਰ ਵਰਕ, ਇਟਸ ਓਕੇ, ਮਹਾਰਾਜ ਕਿਰਪਾ ਪੈਣ ਦੋ ਮੀਂਹ। ਤੁਸੀਂ ਇਹ ਨਹੀਂ ਕਹਿਣਾ ਮੀਂਹ ਕਿਉਂ ਪਿਆ, ਦੇਖੋ ਮੀਂਹ ਹਟਦਾ ਨਹੀਂ, ਮੇਰੇ ਕੱਪੜੇ ਨਹੀਂ ਸੁੱਕਦੇ, ਇਹ ਹੋ ਗਿਆ ਜੀ, ਉਹ ਹੋ ਗਿਆ। ਨੋ, ਮਹਾਰਾਜ ਨੇ ਮੀਂਹ ਵਰਸਾਇਆ ਹੈ, ਮਹਾਰਾਜ ਦੀ ਖੁਸ਼ੀ ਹੈ। ਸ਼ੁਭ ਵਿਚਾਰ, this goes into rajogun, now satogun. Now the third one is satwa pad. ਹੁਣ ਸਤਵਾ ਪਦ ਜਿਹੜਾ ਆਪਣਾ ਸੌਰੀ ਤੀਜਾ ਹੈ ਤਨੋ ਮਾਨਸਾ। ਤਨੋ ਮਾਨਸਾ ਹੈ ਤਨ ਦੀ ਮਾਨਸਾ ਨੂੰ ਮਾਰਨਾ, ਟੂ ਕਿਲ ਦ ਡਿਜ਼ਾਇਰਸ ਆਫ ਯੋਰ ਮਾਈਂਡ। ਸੋ ਇਹ ਹੰਕਾਰ ਨੂੰ ਤਿਆਗਣਾ, ਇਹ ਤਮੋ ਗੁਣ ਨੂੰ ਪਾਸੇ ਕਰਨਾ। ਨਾਓ ਯੂ ਕਮ ਟੂ ਦ ਫੋਰਥ ਸਟੈਪ, ਜਿਹਨੂੰ ਆਪਾਂ ਚੌਥਾ ਪਦ ਕਹਿੰਦੇ ਹਾਂ, ਉਹਨੂੰ ਸਤਵਾ ਪਦ। ਸੋ ਸਤਵਾ ਪਦ ਕੀ ਹੈ? ਜਿੱਦਨ ਤੁਸੀਂ ਰੀਅਲਾਈਜ਼ ਕਰਨਾ ਯੂ ਆਰ ਆਤਮਾ, ਯੂ ਆਰ ਨॉट ਦਿਸ ਬੋਡੀ। ਇਨ ਟਰੂ ਸੈਂਸ ਯੂ ਆਰ ਆਤਮਾ, ਯੂ ਆਰ ਨॉट ਦਿਸ ਬੋਡੀ। ਉਹ ਚੀਜ਼ ਨੂੰ ਰੀਅਲਾਈਜ਼ ਕਰਨਾ ਇਸ ਸਤਵਾ ਪਦ। ਐਂਡ ਰੀਅਲਾਈਜ਼ ਦੈਟ ਹਾਊ ਗॉड्स ਐਗਜ਼ਿਸਟੈਂਸ ਇਜ਼ ਵਿਦਿਨ ਐਵਰੀ ਕ੍ਰੀਏਸ਼ਨ। ਓਕੇ, ਹੁਣ ਉਸ ਤੋਂ ਬਾਅਦ ਆਪਾਂ ਜਾਂਦੇ ਹਾਂ ਚੌਥੇ ਪਦ ਤੋਂ ਬਾਅਦ ਆਪਾਂ ਜਾਂਦੇ ਹਾਂ ਜੀ ਪੰਜਵੇਂ ਤੱਕ ਜਾਂਦੇ ਹਾਂ। ਪੰਜਵਾਂ ਕੀ ਹੈ? ਅਸ਼ਨ ਸ਼ਕਤ। ਅਸ਼ਨ ਸ਼ਕਤ ਕੀ ਹੈ ਕਿ ਸਾਰਿਆਂ ਦੀ ਜਿਹੜੀ ਹੈ ਇਸ ਦੁਨੀਆ ਦੇ ਜਿੰਨੇ ਵੀ ਪਦਾਰਥ ਨੇ, ਇਹਨਾਂ ਵਿੱਚੋਂ ਸੁੱਖ ਦੀ ਆਸ਼ਾ ਨੂੰ ਛੱਡ ਦੇਣਾ। ਜਿੰਨੇ ਵੀ ਦੁਨੀਆ ਦੇ ਪਦਾਰਥ, ਡੋਂਟ ਸੇ ਦੈਟ ਬਿਗ ਕਾਰ, ਨਾਈਸ ਕਾਰ, ਫੁੱਲ ਐਕॉन ਕੈਨ ਮੇਕ ਯੂ ਹੈਪੀ। ਨੋ, ਬਿਗ ਹਾਊਸ ਵਿਦ ਆਲ ਦ ਫੈਸਿਲਿਟੀਜ਼ ਕੈਨ ਮੇਕ ਯੂ ਹੈਪੀ। ਨੋ, ਦ ਓਨਲੀ ਥਿੰਗ ਕੈਨ ਮੇਕ ਯੂ ਹੈਪੀ ਇਜ਼ ਪਰਮਾਤਮਾ ਦਾ ਨਾਮ। ਭਰੋਸਾ ਉੱਥੇ ਰੱਖਣਾ, ਇਹ ਚੀਜ਼ਾਂ ਤੇ ਨਹੀਂ ਰੱਖਣਾ। ਇਹ ਦੁਨੀਆ ਦੀਆਂ ਚੀਜ਼ਾਂ ਤੋਂ ਆਪਣਾ ਆਪ ਨੂੰ ਚੱਕ ਲੈਣਾ ਉੱਤੇ। Okay, now Shema ki hoya padartha apavni. Padartha apavni means you don't see anything different from one and each and other. A changi hai, a madi hai, a mitti hai, sona hai, a hai. So we have that kind of thoughts whenever you walk on the street. तुसी देखोगे पत्थर पे ने, तुसी नहीं हाथ लाउंदे. You see a gold, you will pick it up because you see the difference between gold and stone. ਤੁਹਾਨੂੰ ਜਿਹੜਾ ਹਨ ਤੁਸੀਂ ਹਮੇਸ਼ਾ ਆਪਣਾ ਫਾਇਦਾ ਦੇਖਦੇ ਹੋ, ਪ੍ਰੋਫਿਟ ਦੇਖਣਾ ਤੁਸੀਂ, ਇਹ ਪ੍ਰੋਫਿਟ ਆ, ਗੋ ਹੀਅਰ, ਦਿਸ ਵਨ ਲਾਸ, ਡੋਂਟ ਟੱਚ। correct? You have a meeting and you have ਸਾਧ ਸੰਗਤ, what you will sacrifice? ਸਾਧ ਸੰਗਤ ਮਾਰੋ ਗੋਲੀ, take the meeting. Why? I'm going to get what I want from here, right? ਇਹ ਕਰਾਂਗੇ ਜਿਹੜਾ ਹਨ। ਹੁਣ ਦੇਖੋ ਜਿਹੜਾ ਪਦਾਰਥ ਭਾਵਨੀ, everything for you is God, ਪਰਮਾਤਮਾ ਹੀ ਪਰਮਾਤਮਾ ਹੈ, ਕੁਝ ਨਹੀਂ ਹੋਰ ਰਹਿ ਗਿਆ। that is the sixth state. seventh state ਜਿਹੜਾ ਹੈ ਉਹਨੂੰ ਤੁਰਿਆ ਪਦ ਕਹਿੰਦੇ ਹਾਂ। ਤੁਰਿਆ ਪਦ means totally ਪਰਮਾਤਮਾ ਹੀ ਪਰਮਾਤਮਾ ਹੈ, ਇਹਨੂੰ ਸਤਵੀਂ ਭੂਮਿਕਾ ਕਹਿੰਦੇ ਹਾਂ। this is the seventh state. ਸੋ ਮਹਾਰਾਜ ਕਹਿੰਦੇ ਜਿਹੜਾ ਸਤਵੀਂ ਭੂਮਿਕਾ ਗਿਆਨ ਨੂੰ ਪ੍ਰਾਪਤ ਕਰਦੀ ਹੈ, ਸੋ ਭਗਤ ਹੈ। ਉਹ ਭਗਤ ਹੈ ਜਿਹੜਾ ਤੁਰਿਆ ਅਵਸਥਾ ਤੱਕ ਜਾਂਦਾ ਹੈ। for him ਕੋਈ ਵੀ ਡਿਫਰੈਂਸ ਨਹੀਂ ਹੈ ਸੋਨੇ ਤੇ ਮਿੱਟੀ ਦੇ ਵਿੱਚ। ਸਿਰਫ ਭਗਤ ਵਾਸਤੇ ਕੀ ਮੋਸਟ ਪ੍ਰੈਸ਼ੀਅਸ ਕੀ ਹੈ? ਪਰਮਾਤਮਾ। other than ਪਰਮਾਤਮਾ nothing means anything to me। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹਾਦਰ ਸ਼ਾਹ ਕੀਮ, ਹੁਣ ਬਹਾਦਰ ਸ਼ਾਹ ਨੇ ਮਹਾਰਾਜ ਨੂੰ ਬਹੁਤ ਗਿਫਟ ਦਿੱਤੇ ਆ। ਉਹਨਾਂ ਨੇ ਸੈਫ ਵੀ ਇੱਕ ਦਿੱਤੀ ਹੈ ਜੋ ਅਲੀ ਦੀ ਸੀਗੀ, ਦ ਸਨ ਇਨ ਲਾਅ ਆਫ ਪ੍ਰੋਫਟ ਮੁਹੰਮਦ ਦੀ ਜੋ ਸੈਫ ਸੀਗੀ, ਉਹ ਵੀ ਉਹਨੇ ਗਿਫਟ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਨੂੰ, ਜਿਹੜੀ ਅੱਜ ਅਨੰਦਪੁਰ ਸਾਹਿਬ ਚ ਪਈ ਹੈ। ਸੀ ਮੁਹੰਮਦ ਦਾ ਸਨ ਇਨ ਲਾਅ। ਓਕੇ, ਸੋ ਉਹਦੀ ਜਿਹੜੀ ਤਲਵਾਰ ਅੱਜ ਤੱਕ ਅਨੰਦਪੁਰ ਵਿੱਚ ਪਈ ਹੈ, ਉਹ ਵੀ ਇੱਕ ਗਿਫਟ ਸੀਗਾ। ਉਹਨੇ ਬਹੁਤ ਗਿਫਟ ਦਿੱਤੀਆਂ ਗੁਰੂ ਗੋਬਿੰਦ ਸਿੰਘ ਨੂੰ। ਇੱਕ ਗਿਫਟ ਉਹ ਲੈ ਕੇ ਆਇਆ ਗੋਦਾਵਰੀ ਦੇ ਕੰਢੇ ਜੋ ਨੰਦੇੜ ਵਿੱਚ ਗਿਆ। ਸੋ ਹੀ ਬ੍ਰੌਟ one diamond which was only one in the world। ਆਪਾਂ ਤਾਂ ਕੋਹੀਨੂਰ ਨੂੰ ਜਾਣਦੇ ਨਾ, ਇਹ ਕੋਹੀਨੂਰ ਤੋਂ ਵੀ ਪਹਿਲਾਂ ਦਾ ਸੀਗਾ। ਮਹਾਰਾਜ ਨੂੰ ਉਹ ਲਿਆ ਕੇ ਉਹਨੇ ਦਿੱਤਾ, ਬਹੁਤ ਕੀਮਤੀ ਸੀਗਾ, ਤੇ ਮਹਾਰਾਜ ਨੇ ਉਹਨੂੰ ਦੇਖ ਕੇ ਚੱਕ ਕੇ ਗੋਦਾਵਰੀ 'ਚ ਸੱਟ ਦਿੱਤਾ। ਨਾਓ ਬਹਾਦਰ ਸ਼ਾਹ ਫੀਲ ਵੈਰੀ ਅਨਰੈਸਟ, ਕਹਿੰਦਾ ਇਹ ਤਾਂ ਓਨਲੀ ਵਨ ਇਨ ਦ ਵਰਲਡ ਆ, ਹੋਰ ਕਿਤੇ ਹੈ ਨਹੀਂ।
and they have to fight wars to get the possession of that kind of stones. ਉਹਨਾਂ ਨੂੰ ਲੜਾਈਆਂ ਬੈਟਲ ਕਰਨੇ ਪੈਂਦੇ ਉਹਦੇ ਵਾਸਤੇ। ਉਹ ਚੱਕ ਕੇ ਮਹਾਰਾਜ ਨੇ ਗੋਦਾਵਰੀ 'ਚ ਮਾਰਿਆ। ਉਹਨੇ ਬਹੁਤ ਦੁਖੀ ਹੋਇਆ। ਮਹਾਰਾਜ ਨੇ ਪੁੱਛਿਆ ਮਹਾਰਾਜ ਕੀ ਹੈ? ਅੰਦਰ ਸੋਚਦਾ ਹੈ ਮੈਂ ਕਾਹਨੂੰ ਇਹਨਾਂ ਨੂੰ ਦੇਣਾ ਸੀਗਾ। ਯੂ ਵਿਲ ਡੂ ਦ ਸੇਮ ਥਿੰਗ ਰਾਈਟ। ਤੁਸੀਂ ਦੋ ਨਾ ਲਿਆ ਕੇ ਕੋਈ ਕੀਮਤੀ ਗੱਲ ਮਹਾਰਾਜ ਮਾਰ ਚਲਾ ਕੇ ਮਾਰ ਵਾਟ ਯੂ ਥਿੰਕ ਮੈਂ ਕੀ ਕਰਤਾ? ਇਹਨਾਂ ਨੂੰ ਪਤਾ ਹੀ ਨਹੀਂ ਕੀਮਤ ਹੈ। ਦੇ ਡਜ਼ਨਟ ਨੋ ਦ ਵੈਲਿਊ। ਸੋ ਕੀ ਹੁੰਦਾ ਉਸ ਵੇਲੇ ਮਹਾਰਾਜ ਨੇ ਉਹਦੇ ਦਿਲ ਦੀ ਜਾਣ ਲਈ ਬੜਾ ਦੁਖੀ ਜਾ ਹੋ ਕੇ ਬਹਿ ਗਿਆ। ਮਹਾਰਾਜ ਕਹਿੰਦੇ ਤੇਰੇ ਬੰਦੇ ਨੂੰ ਭੇਜ ਜਾਂ ਚੱਕ ਲਿਆ ਅੰਦਰ। ਸੈਂਡ ਹਿਮ ਟੂ ਦ ਗੋਦਾਵਰੀ ਰਿਵਰ। ਕਹਿੰਦਾ ਛਾਲ ਮਾਰ ਜਾ ਕੇ ਲੱਭ ਲਿਆ। ਉਹਦਾ ਬੰਦਾ ਅੰਦਰ ਗਿਆ। ਉੱਤੋਂ ਬਹਾਦਰ ਸ਼ਾਹ ਖੜ ਕੇ ਦੇਖਦਾ ਹੈ। ਕੀ ਦੇਖਦਾ ਹੈ? ਦੈਟ ਨਗੀਨਾ ਵਾਸ ਫੁੱਲ ਇਨ ਦ ਰਿਵਰ। ਰਿਵਰ ਬੈਡ ਤੇ ਭਰਿਆ ਪਿਆ। ਸਾਰੀ ਨਗੀਨਾ ਹੀ ਸੀਗੀ ਉੱਥੇ, ਨਥਿੰਗ ਐਲਸ। ਉਹ ਸਟੋਨ ਜਿਹੜੀ ਸੀ ਸਾਰੀ ਨਗੀਨਾ ਬਣ ਗਏ। ਮਹਾਰਾਜ ਕਹਿੰਦੇ ਆਪਣਾ ਨਗੀਨਾ ਤੂੰ ਜਿਹੜਾ ਰੈਕਗਨਾਈਜ਼ ਕਰਕੇ ਚੱਕ ਲਿਆ। ਉਹ ਕਹਿੰਦਾ ਪਤਾ ਨਹੀਂ ਲੱਗਦਾ ਮੈਂ ਕੀ ਚੱਕਾਂ ਹੁਣ। ਮਹਾਰਾਜ ਕਹਿੰਦੇ ਨਹੀਂ ਚੱਕਣਾ, ਸਾਰੇ ਚੱਕ ਲਾ। ਦੇਖੋ ਮਹਾਰਾਜ ਦੇ ਹੱਥ ਵਿੱਚ ਸਭ ਕੁਝ ਹੈ। ਸੋ ਇਹ ਆਪਾਂ ਨੂੰ ਗੱਲ ਕਿਤੇ ਨਹੀਂ ਭੁੱਲਣੀ ਚਾਹੀਦੀ। ਮਹਾਰਾਜ ਨੂੰ ਕੋਈ ਪੈਸਿਆਂ ਦੀ ਘਾਟ ਨਹੀਂ, ਕੋਈ ਪਦਾਰਥਾਂ ਦੀ ਘਾਟ ਨਹੀਂ, ਬਿਕੋਜ਼ ਹੀ ਇਜ਼ ਦ ਕ੍ਰੀਏਟਰ। He doesn't value all this. What he values is you. ਜਦੋਂ ਤੁਸੀਂ ਉਹਨੂੰ ਡੈਡੀਕੇਟ ਕਰਦੇ ਹੋ ਆਪਣੀ ਲਾਈਫ ਨੂੰ, ਜਦੋਂ ਤੁਸੀਂ ਸਵੇਰੇ ਉੱਠ ਕੇ ਨਿਤਨੇਮ ਕਰਦੇ ਹੋ, ਜੋ ਤੁਸੀਂ ਸਿੱਖੀ ਕਮਾਉਂਦੇ ਹੋ, when people say let's go to party, we're going to party until 2 o'clock, yeah sure ਜਾ ਕੇ ਫਿਰ ਸਵੇਰੇ ਨਿਤਨੇਮ ਲੰਘ ਗਿਆ, never mind, I can do later। ਭਾਈ ਕਮਾਈ ਕੀ ਆ? say no ਭਾਈ, I have to get up in the morning and do my ਨਿਤਨੇਮ, that is most important for me। ਇੱਥੇ ਨਹੀਂ ਮੈਂ ਇੱਧਰ ਨਹੀਂ ਜਾਣਾ। So you sacrifice everything for him and then you see what he does for you। Let's see later on the Sakya। ਜੋ ਨਾਮ ਜਪਣਾ ਸੰਤਾਂ ਦੀ ਸੇਵਾ ਕਰਨੀ, ਕਹਿੰਦੇ ਨਾਮ ਜਪਣਾ ਸੰਤਾਂ ਦੀ ਸੇਵਾ ਕਰਨੀ ਤੇ ਮਨ ਨੀਵਾਂ ਰੱਖਣਾ। 3 things, remember this। ਨਾਮ ਜਪਣਾ, ਸੇਵਾ ਕਰਨੀ, ਮਨ ਨੂੰ ਨੀਵਾਂ ਰੱਖਣਾ, ਹੰਬਲਨੈਸ ਨਿਮਰਤਾ ਵਿੱਚ ਰਹਿਣਾ, ਤੂੰ ਸਾਡੇ ਇਸੇ ਕਰ ਕਲਿਆਣ ਹੋਵੇਗੀ। ਮਹਾਰਾਜ ਕਹਿੰਦੇ ਤੁਹਾਡੀ ਕਲਿਆਣ ਇਹਦੇ ਵਿੱਚ ਹੈ। ਨਾਓ ਭਗਤ ਧੰਨਾ ਜੀ ਦੀ ਸਾਖੀ ਲੈ ਲਓ। ਵੈਰੀ ਸਿੰਪਲ ਹੈ। ਭਗਤ ਧੰਨਾ ਜੀ ਸਾਖੀ ਤੁਸੀਂ ਬਹੁਤ ਵਾਰੀ ਸੁਣੀ ਹੋਗੀ, but now we are taking this reference from ਪ੍ਰੇਮ ਅੰਬੋਧ ਗ੍ਰੰਥ, okay, because different ਗ੍ਰੰਥਾਂ 'ਚ different style ਦੇ ਨਾਲ ਲਿਖੀ ਹੋਈ ਸਾਖੀ ਹੈ। ਚਲੋ we take the reference of ਪ੍ਰੇਮ ਅੰਬੋਧ। ਹੁਣ ਇੱਥੇ ਭਗਤ ਧੰਨਾ ਜੀ ਇੱਕ ਜੱਟ ਹੈ, ਵਿਚਾਰਾ ਗਰੀਬ ਹੈ। ਉਹ ਇੱਕ ਪੰਡਤ ਤਰਲੋਚਨ ਨੂੰ ਹਰ ਰੋਜ਼ ਦੇਖਦਾ, ਮੰਦਿਰ ਵਿੱਚ ਟਲ ਖੜਕਾਉਂਦੇ ਨੂੰ ਪੂਜਾ ਕਰਦੇ। Now ਉਹ ਜਿਹੜਾ ਪੰਡਤ ਤਰਲੋਚਨ, what he does is ਇੱਕ ਸਾਲਗ੍ਰਾਮ ਪੱਥਰ ਹੈ ਜਿਹੜਾ ਕਿ ਫੋਸਿਲ ਦੇ ਨਾਲ ਬਣਿਆ ਹੁੰਦਾ ਹੈ, 1000 years ਦਾ ਹੁੰਦਾ ਹੈ, ਕਾਲੇ ਰੰਗ ਦਾ ਹੁੰਦਾ ਹੈ, ਬਲੈਕ ਕਲਰ। ਸੋ ਉਹਦੇ ਵਿੱਚ ਉਹ ਮਾਰਕ ਪੈ ਜਾਂਦਾ ਸ਼ੰਖ ਦਾ। ਸ਼ੰਖ ਹੁੰਦੇ ਨਾ, ਕ੍ਰੰਚ ਕਹਿੰਦੇ ਆ, ਉਹਦਾ ਮਾਰਕ ਪੈ ਜਾਂਦਾ ਹੈ ਤੇ ਉਹਨੂੰ ਉਹ ਸਾਲਗ੍ਰਾਮ ਮੰਨਦੇ ਨੇ, ਇੱਕ ਫੋਸਿਲ ਆ। ਸੋ ਕੀ ਹੋਇਆ, ਉਹਨੂੰ ਪੂਜਾ ਕਰਦੇ ਨੇ। ਸੋ ਭਗਤ ਧੰਨਾ ਹਰ ਰੋਜ਼ ਦੇਖਦਾ ਹੈ। ਇੱਕ ਦਿਨ ਪੰਡਤ ਤਰਲੋਚਨ ਨੂੰ ਕਹਿੰਦਾ ਤੂੰ ਕਿਹਦੀ ਪੂਜਾ ਕਰਦਾ? ਉਹ ਕਹਿੰਦਾ ਮੈਂ ਠਾਕੁਰਾਂ ਦੀ ਪੂਜਾ ਕਰਦਾ। ਕਹਿੰਦਾ ਠਾਕੁਰ ਤੈਨੂੰ ਕੀ ਦੇਗਾ? ਕਹਿੰਦਾ ਬਹੁਤ ਕੁਝ ਦੇਗਾ, ਉਹ ਤਾਂ ਰੱਬ ਆ, ਉਹ ਸਭ ਕੁਝ ਦੇ ਸਕਦਾ ਹੈ। ਕਹਿੰਦਾ ਫਿਰ ਇੱਕ ਠਾਕੁਰ ਤੂੰ ਮੈਨੂੰ ਵੀ ਦੇ ਦੇ, ਆਈ ਵਾਂਟ ਟੂ ਟੇਕ ਹਿਮ ਹੋਮ, ਮੈਂ ਵੀ ਉਹਦੀ ਪੂਜਾ ਕਰਾਂਗਾ। ਤੇ ਉਹ ਕਹਿੰਦਾ ਨਹੀਂ ਹੋ ਸਕਦਾ, ਨਾ ਕਰਤੀ। ਦੂਜੇ ਦਿਨ ਵਿਚਾਰਾ ਆਇਆ, ਉਹ ਫਿਰ ਪੰਡਤ ਤਰਲੋਚਨ ਕਹਿੰਦਾ ਤੂੰ ਮੈਨੂੰ ਆਪਣੀ ਗਾਂ ਦੇ ਦੇ ਤੇ ਮੈਂ ਤੈਨੂੰ ਦੇ ਦਿੰਦਾ। ਉਹ ਕਹਿੰਦਾ ਠੀਕ ਹੈ, ਨੋ ਪ੍ਰੋਬਲਮ। ਦੇਖੋ ਸੈਕਰੀਫਾਈਸ ਟੂ ਗੇਨ, ਮਨ ਦਿਆ ਰਾਮ ਲਿਆ ਹੈ ਮੋਲ। ਮਨ ਦੇਣਾ ਪੈਂਦਾ ਹੈ, ਪਰਮਾਤਮਾ ਬਾਅਦ ਚ ਮਿਲਦਾ ਹੈ। ਹੁਣ ਉਹਨੂੰ ਕਿਹਾ ਤੂੰ ਗਾਂ ਦੇ ਦੇ। ਉਹ ਲਿਆ ਕੇ ਆਪਣੀ ਸਭ ਤੋਂ ਵਧੀਆ ਗਾਂ ਜਿਹੜੀ ਸੀ ਦੁੱਧ ਦੇਣ ਵਾਲੀ ਲਿਆ ਕੇ ਉਹ ਪੰਡਤ ਦੇ ਮੂਹਰੇ ਖੜਾਤੀ, ਕਹਿੰਦਾ ਮੈਨੂੰ ਦੇ ਦੇ। ਪੰਡਤ ਮੰਦਿਰ ਦੇ ਪਿੱਛੇ ਗਿਆ, ਜਾ ਕੇ ਪੱਥਰ ਬਾਹਰੋਂ ਚੱਕ ਕੇ ਕਾਲੇ ਜਿਹੇ ਰੰਗ ਦਾ ਲਪੇਟ ਕੇ ਉਹਨੂੰ ਫੜਾਤਾ, ਕਹਿੰਦਾ ਆਹੀ ਤੇਰਾ ਠਾਕੁਰ ਹੈ। ਉਹ ਲੈ ਗਿਆ। ਸੀ ਪੰਡਤ ਤਰਲੋਚਨ gave him a stone, but ਭਗਤ ਧੰਨਾ ਜੀ receive it as his ਠਾਕੁਰ, ਰੱਬ ਦੀ ਤਰ੍ਹਾਂ। ਉਹ ਵਿਚਾਰਾ ਸਿਰ ਤੇ ਚੱਕ ਕੇ ਲੈ ਕੇ ਗਿਆ, ਘਰ ਜਾ ਕੇ ਨਵਾ ਕੇ ਧੂਫ ਲਾ ਕੇ ਜੋ ਸਾਰਾ ਕੁਝ ਕਰਕੇ ਉਹਨੂੰ ਆਪਣੇ ਆਟੇ ਤੇ ਰੱਖ ਕੇ ਵਿਚਾਰਾ ਮੂਹਰੇ ਲੰਗਰ ਰੱਖ ਦਿੱਤਾ, ਪਕਾਇਆ ਉਹਦੀ ਮਾਂ ਨੇ। ਭਗਤ ਧੰਨੇ ਵਾਸਤੇ ਸੀਗਾ। ਭਗਤ ਕਹਿੰਦਾ ਠਾਕੁਰ ਤੂੰ ਅੱਜ ਮੇਰੇ ਘਰੇ ਆਇਆ ਨਾ, ਅੱਜ ਤੂੰ ਖਾ ਲਾ, ਮੈਂ ਨਹੀਂ ਖਾਂਦਾ, ਅੱਜ ਤੈਨੂੰ ਖਿਲਾਉਣਾ ਹੈ। ਮੇਰੇ ਵਾਸਤੇ ਸੀਗਾ, ਪਰ never mind, I give it to you। ਸਿੱਧਾ ਸਾਦਾ ਵਿਚਾਰਾ। ਸੋ ਭੋਲਾਪਨ ਉਹਨੇ ਜਾ ਕੇ ਮੂਹਰੇ ਰੱਖ ਦਿੱਤਾ। ਜਦੋਂ ਰੱਖਿਆ ਭੋਜਨ, ਪਰਮਾਤਮਾ ਨਾ ਆਇਆ। ਸੋ ਇਹਦੇ ਪ੍ਰੇਮ ਅੰਬੋਧ ਵਿੱਚ ਲਿਖਿਆ 9 hours ਉਹ ਜਿਹੜਾ ਭਗਤ ਧੰਨਾ ਰੋਈ ਗਿਆ ਮਹਾਰਾਜ ਦੇ ਸਾਹਮਣੇ ਵੀ ਆ ਜਾਓ ਖਾ ਲਓ। ਫॉर ਹਿਮ ਇਟਸ ਨਾਟ ਦੈਟ ਓਨਲੀ ਯੂ ਆਫਰ, ਉਹਦੇ ਵਾਸਤੇ ਪਰਮਾਤਮਾ ਨੂੰ ਬੈਠ ਕੇ ਖਾਣਾ ਪੈਣਾ ਹੈ। ਫॉर ਹਿਮ ਦੈਟ ਵਾਸ ਈਟਿੰਗ। ਸੋ ਕੀ ਹੋਇਆ, ਬਹਿ ਗਿਆ ਚੌਂਕੜਾ ਮਾਰ ਕੇ। ਫਿਰ ਉਹ ਸੋਚਣ ਲੱਗਿਆ
ਕਹਿੰਦਾ ਪਰਮਾਤਮਾ ਨੂੰ ਕੀ ਪਤਾ ਉਹਨੂੰ ਫਾਇਰ ਚਾਹੀਦੀ ਹੋਣੀ ਆ, ਲੋਕ ਅੱਗ ਲਾਉਂਦੇ ਹੁੰਦੇ ਆਲੇ ਦੁਆਲੇ ਐਂਡ ਸਮਥਿੰਗ ਲਾਈਕ ਦੈਟ। ਉਹ ਵਿਚਾਰਾ ਅੱਗ ਵੀ ਲਾਤੀ ਜਾ ਕੇ, ਕਹਿੰਦੇ ਵੀ ਸਫਾਈ ਹੋ ਜਾਏਗੀ, ਥੋੜੀ ਗਰਮੀ ਹੋ ਜਾਏਗੀ, ਫਿਰ ਬਹਿ ਗਿਆ ਵਿਚਾਰਾ, ਨਹੀਂ ਆਇਆ ਪਰਮਾਤਮਾ। ਫਿਰ ਭਗਤ ਨੇ ਸੋਚਿਆ ਨਾ, ਕਹਿੰਦਾ ਜੇ ਪਰਮਾਤਮਾ ਨਹੀਂ ਆਉਂਦਾ ਨਾ ਮੈਂ ਅੱਗ 'ਚ ਸੜ ਕੇ ਮਰ ਜਾਂਦਾ। ਕਹਿੰਦਾ ਠਾਕੁਰ ਤੂੰ ਨਹੀਂ ਆਉਣਾ ਨਾ, ਇਟਸ ਓਕੇ, ਨੈਵਰ ਮਾਈਂਡ, ਯੂ ਸਟੇ ਹੇਅਰ, ਆਈ ਐਮ ਗੁੱਡ। ਜਾ ਕੇ ਛਾਲ ਮਾਰਨ ਲੱਗਿਆ, ਛਾਲ ਮਾਰ ਦਿੱਤੀ ਅੱਗ ਦੇ ਵਿੱਚ। ਕਹਿੰਦੇ ਪਰਮਾਤਮਾ ਨੇ ਆ ਕੇ ਬਾਂਹ ਫੜ ਕੇ ਬਾਹਰ ਕੱਢ ਲਿਆ। ਨਾਓ ਪਰਮਾਤਮਾ ਕੇਮ ਇਨ ਅ ਹਿਊਮਨ ਫਾਰਮ ਫॉर ਹਿਮ, ਸਪੈਸ਼ਲੀ ਫॉर ਭਗਤ ਧੰਨਾ ਜੀ। ਆ ਕੇ ਉਹਦੇ ਵਾਸਤੇ ਪਰਮਾਤਮਾ ਹੱਥ ਫੜ ਕੇ ਉਹਨੂੰ ਅੰਦਰ ਲੈ ਕੇ ਆਏ ਤੇ ਆ ਕੇ ਉਹਦੇ ਨਾਲ ਬਹਿ ਕੇ ਖਾਣਾ ਖਾਧਾ ਤੇ ਪਰਮਾਤਮਾ ਦੇ ਮੂਹਰੇ ਥਾਲ ਰੱਖਿਆ। ਪਰਮਾਤਮਾ ਦਾ ਨਹੀਂ ਧੰਨਾ ਤੂੰ ਪਹਿਲਾਂ ਖਾਣਾ ਹੈ। ਮੁੜਕੀ ਤੋੜ ਕੇ ਪਰਮਾਤਮਾ ਨੇ ਧੰਨੇ ਦੇ ਮੂੰਹ 'ਚ ਪਾਈ, ਧੰਨੇ ਨੇ ਖਾਧੀ। ਫਿਰ ਕਹਿੰਦੇ ਠਾਕੁਰ ਤੁਸੀਂ ਵੀ ਖਾਓ, ਕਹਿੰਦਾ ਧੰਨਿਆ ਤੂੰ ਖਿਲਾ ਦੇ, ਧੰਨੇ ਨੇ ਪਰਮਾਤਮਾ ਨੂੰ ਖਿਲਾਇਆ। ਸੋ ਇਸ ਤਰ੍ਹਾਂ ਬਹਿ ਕੇ ਉਹਨਾਂ ਨੇ ਰੋਟੀ ਪਾਣੀ ਛਕੀ। ਹੁਣ ਦੇਖੋ ਨਾ, ਕਹਿੰਦੇ ਹੱਥ ਜੋੜ ਮਿੰਤਾਂ ਕਰੇ, ਪੈਰੀ ਪੈ ਬਹੁਤ ਮਨਾਵੈ, ਕਹਿੰਦੇ ਹਉ ਵੀ ਮੋਹ ਨਾ ਝੂਠਾਲ ਸਾਂ, ਤੂੰ ਰੂਠਾ ਮੈਂ ਕਿਉਂ ਸੁਖਾਵੈ। ਦੇਖੋ ਭਗਤ ਧੰਨੇ ਦੀ ਇਹ ਅਰਦਾਸ ਸੀ ਨਾ। ਦੇਖੋ ਭਗਤ ਧੰਨੇ ਨੇ ਕੀ ਕੀਤਾ, ਫਿਰ ਬਹਿ ਕੇ ਪਰਮਾਤਮਾ ਨਾਲ ਰੋਟੀ ਪਾਣੀ ਛਕਿਆ ਤੇ ਬਹੁਤ ਖੁਸ਼ ਹੋਇਆ ਧੰਨਾ। ਧੰਨੇ ਨੂੰ ਕੀ ਕਹਿੰਦਾ ਪਰਮਾਤਮਾ, ਕਹਿੰਦਾ ਧੰਨਿਆ ਤੂੰ ਮੇਰੀ 101 ਭਗਤੀ ਨਾ, ਤੇਰੇ ਜਨਮ the previous life 101 life you did ਭਗਤੀ of me, ਅੱਜ ਤੈਨੂੰ ਤਾਂ ਦਰਸ਼ਨ ਹੋਏ 101। ਤੇ ਕੀ ਹੋਇਆ, ਪਰਮਾਤਮਾ ਕਹਿੰਦਾ ਭਗਤ ਧੰਨਾ ਕਹਿੰਦਾ ਭਗਤ, ਹੁਣ ਦੇਖੋ ਜੱਟਾਂ ਦਾ ਸੋਚਣੀ ਹੈ ਨਾ ਵੀ ਜੇ ਖਾਣਾ ਖਾਧਾ ਕੰਮ ਵੀ ਕਰ। ਸੋ ਕੀ ਹੋਇਆ, ਪਰਮਾਤਮਾ ਨੇ ਆਪੇ ਕਹਿਤਾ ਧੰਨਿਆ ਤੇਰੇ ਘਰ ਦੀ ਰੋਟੀ ਖਾ ਲਈ, ਹੁਣ ਤੇਰਾ ਕੰਮ ਵੀ ਕਰਦਾ ਹੈ, ਚੱਲ ਕਹਿੰਦਾ ਆਪਾਂ ਚੱਲੀਏ। ਉਹਦੇ ਖੇਤਾਂ 'ਚ ਜਾ ਕੇ ਕੰਮ ਕੀਤਾ ਰੱਬ ਨੇ, ਖੂਹ 'ਚੋਂ ਪਾਣੀ ਕੱਢਿਆ, so all that Paramatma did for him. Tanna was very happy। ਲੰਘਦਾ ਉਹ ਪੰਡਿਤ ਤਰਲੋਚਨ ਮਿਲ ਪਿਆ ਰਸਤੇ ਵਿੱਚ। ਉਹ ਕਹਿੰਦਾ ਧੰਨਿਆ ਕਿਵੇਂ ਠਾਕੁਰ ਦੀ ਸੇਵਾ ਕਰਦਾ ਹੈ? ਉਹ ਕਹਿੰਦਾ ਕਰਦਾ ਜੀ, ਮਾਰ ਤੋਂ ਬਹੁਤ ਉਹਨੇ ਪੈਰੀ ਪਿਆ, ਬਹੁਤ ਉਹਦਾ ਧੰਨਵਾਦ ਕੀਤਾ। ਕਹਿੰਦਾ ਪਰਮਾਤਮਾ ਦੀ ਮੈਂ ਕੀ ਸੇਵਾ ਕਰਨੀ, ਪਰਮਾਤਮਾ ਤਾਂ ਮੇਰਾ ਕੰਮ ਕਰੀ ਜਾਂਦਾ ਹੈ। ਉਹ ਪੰਡਿਤ ਡਰ ਗਿਆ, ਕਹਿੰਦਾ ਪਰਮਾਤਮਾ ਤੇਰਾ ਕੰਮ ਕਰ ਰਿਹਾ ਹੈ, ਕਿੱਥੇ ਆ ਪਰਮਾਤਮਾ? ਕਹਿੰਦਾ ਅਜਾ ਮੈਂ ਤੈਨੂੰ ਦਿਖਾ ਦਿੰਦਾ। ਉਹਦਾ ਹੱਥ ਫੜ ਕੇ ਲੈ ਗਿਆ, ਕਹਿੰਦਾ ਉਹ ਦੇਖ ਪਰਮਾਤਮਾ, ਉਹਦੇ ਦੇਖੋ ਤੁਰਿਆ ਫਿਰਦਾ ਉੱਥੇ, ਖੇਤੀਬਾੜੀ ਕਰ ਰਿਹਾ, ਉਹਨੂੰ ਦਿਸਦਾ ਨਹੀਂ ਸੀ, he couldn't see। ਤੇ ਪਰਮਾਤਮਾ ਨੂੰ ਦਿਖਾਉਣ ਵਾਸਤੇ ਭਗਤ ਧੰਨੇ ਨੇ ਪਰਮਾਤਮਾ ਕੋਲ ਗਿਆ, ਹੇ ਪਰਮਾਤਮਾ ਆ ਪੰਡਿਤ ਤਰਲੋਚਨ ਖੜਾ, ਇਹਨੂੰ ਦਰਸ਼ਨ ਦੇ ਦਿਓ। ਮਹਾਰਾਜ ਕਹਿੰਦੇ ਨਹੀਂ, ਇਹ ਧੋਖੇਦਾਰ ਹੈ, ਇਹ ਧੋਖਾ ਕਰਦਾ ਹੈ, ਇਹ ਝੂਠ ਬੋਲਦਾ ਹੈ, ਇਹ ਹਮੇਸ਼ਾ ਲੋਕਾਂ ਨਾਲ ਧੋਖਾ ਕਰਦਾ, ਇਹਨੂੰ ਦਰਸ਼ਨ ਨਹੀਂ ਹੋਣੇ। ਮਹਾਰਾਜ ਕਹਿੰਦੇ ਮੇਰੇ ਵਾਸਤੇ ਦੇ ਦਿਓ। ਪਰਮਾਤਮਾ ਨੇ ਭਗਤ ਧੰਨੇ ਦੀ ਗੱਲ ਸੁਣ ਕੇ ਉਹਨੂੰ ਵੀ ਦਰਸ਼ਨ ਦਿੱਤੇ। ਨਾਓ in the whole thing here, now you just imagine one thing, ਆਪਾਂ ਕਹਿੰਦੇ ਭੋਲੇ ਭਾਏ। ਹੁਣ ਭੋਲਾ ਭਾ ਆਪਣੇ ਵਾਸਤੇ ਤੇ ਤੁਹਾਡੇ ਵਾਸਤੇ ਕੀ ਹੈ ਜੀ? ਬੰਦਾ ਸਿੱਧਾ ਸਾਦਾ ਜਾ, ਕੁਛ ਨਹੀਂ ਜਾਣਦਾ, close to our terminology for ਸਿੱਧਾ ਸਾਦਾ is very close to ਪਾਗਲ। am I right? ਆਪਾਂ ਬੰਦੇ ਨੂੰ ਪਾਗਲ ਕਹਿੰਦੇ ਆ, ਸਿੱਧੇ ਸਾਦੇ ਨੂੰ, almost there ਆ। now ਸਿੱਧਾ ਸਾਦਾ ਹੋਣਾ ਕੋਈ ਸੌਖੀ ਗੱਲ ਨਹੀਂ। ਜਿਨ੍ਹਾਂ ਦੀ ਪਿਛਲੇ ਜਨਮ ਵਿੱਚ ਕਮਾਈ ਹੁੰਦੀ ਆ ਨਾ, ਉਹ ਸਿੱਧੇ ਸਾਦੇ ਹੁੰਦੇ ਆ। they don't have tricks, ਉਹ ਟ੍ਰਿਕਾਂ ਨਹੀਂ ਖੇਡਦੇ। just imagine, ਤੁਹਾਨੂੰ ਜੇ ਕੋਈ ਇੱਕ ਤਸਕ ਦਿੰਦਾ ਹੈ, ਤੁਸੀਂ ਉਹ ਤਸਕ ਨੂੰ 10 ਐਂਗਲ ਤੋਂ ਦੇਖ ਕੇ you prepare a big paper on it, ਤੁਸੀਂ 10 ਐਂਗਲ ਤੋਂ ਚੀਜ਼ ਨੂੰ ਦੇਖਿਆ। when it goes to your boss one by one step up, they try to summarize it because they don't want chamela, they want to be very straightforward, they must know what to do, what not to do, straight away done, right? ਉਹਨਾਂ ਨੇ ਤੁਹਾਡੇ 5000 10,000 words ਨਹੀਂ ਪੜ੍ਹਨੇ ਬਹਿ ਕੇ ਉੱਥੇ, ਉਹਨਾਂ ਤੋਂ ਦੱਸਣਾ ਜਿਸਤ ਕੀ ਹੈ, what is the gist, ਉਹਦਾ ਜਿਸਤ ਕੀ ਆ ਉਹ ਦੱਸ ਦੇ ਬਸ ਮੈਨੂੰ, right? correct? ਕੋਰਟ ਦੇ ਵਿੱਚ ਲਾਇਰ ਦਾ ਇਨਵੈਸਟੀਗੇਸ਼ਨ ਬਹੁਤ ਹੁੰਦਾ, ਪਰ ਉਹ ਜਿਹੜਾ ਕੋਰਟ ਜਾ ਕੇ ਪ੍ਰੈਜ਼ੈਂਟ ਕਰਦਾ, ਕੀ ਕਰਦਾ, ਉਹਨੂੰ ਕਰਦਾ ਹੈ ਜਿਹੜਾ ਜੱਜ ਨੂੰ ਕਨਵਿੰਸ ਕਰ ਸਕੇ। ਦੈਟਸ ਇਟ, ਹੀ ਡੋਂਟ ਹੈਵ ਟੂ ਗੋ ਐਂਡ ਹਿਟ ਅਰਾਊਂਡ ਦ ਬੁਸ਼, ਰਾਈਟ? ਸਿੱਧੇ ਸਾਦੇ ਬੰਦੇ ਉਹ ਨੇ ਜਿਹੜੇ ਆਪਣੇ ਕਈ ਜਨਮਾਂ ਤੋਂ ਮਹਾਰਾਜ ਦੀ ਭਗਤੀ ਕਰਦੇ ਆਇਆ। ਦੇਅਰ ਮਾਈਂਡ ਇਜ਼ ਵੈਰੀ ਸਟ੍ਰੇਟ ਫਾਰਵਰਡ, ਦੇ ਨੋ ਵਾਟ ਦੇ ਵਾਂਟ, ਦੇ ਡੋਂਟ ਹਿਟ ਅਰਾਊਂਡ ਦ ਬੁਸ਼ ਲਾਈਕ ਅਸ। ਕਿਤੇ ਆਪਾਂ ਇੱਥੇ ਤੁਰ ਪੈਂਦੇ ਆ, ਆ ਬਾਬਾ ਹੈਗਾ ਜੀ, ਇਹਨੂੰ ਮੱਥਾ ਟੇਕ ਲਓ, ਆ ਮਿਲ ਜੂ, ਇੱਥੋਂ ਇਹ ਮਿਲ ਜਾਣਾ ਜੀ, ਉੱਥੋਂ ਉਹ ਮਿਲ ਜਾਣਾ ਹੈ, ਇਹ ਥਾਂ ਤੇ ਚਲ ਜਾਓ ਜੀ, ਉੱਥੇ ਤਾਂ ਭੜਕਦੇ ਫਿਰਦੇ ਆ ਪਾਸਾ। ਕੋਈ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰੋ, ਕੋਈ ਕਹਿੰਦਾ ਸਤਨਾਮ ਵਾਹਿਗੁਰੂ ਕਰੋ, ਕੋਈ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ। ਵੇ ਆਰ ਯੂ ਗੋਇੰ ਟੂ ਗੋ ਨਾਓ ਟੂ ਟੈਲ ਮੀ? ਬੰਦੇ ਸਾਰੇ ਆਪਾਂ ਕਨਫਿਊਜ਼, ਬਿਕੋਜ਼ ਵੀ ਆਰ ਨਾਟ ਸਿੱਧੇ ਸਾਦੇ, ਆਪਾਂ ਟੇਢੇ ਬੰਦੇ ਆ।
ਆਪਾਂ ਟੇਢਾ ਹੀ ਕੰਮ ਕਰਦੇ ਹਾਂ। ਜਦੋਂ ਜਿਹੜਾ ਜਦੋਂ ਆਪਾਂ ਰਹਿਤਨਾਮੇ ਪੜ੍ਹਦੇ ਹਾਂ, ਆਪਾਂ ਮਹਾਰਾਜ ਦਾ ਹੁਕਮ, ਮਹਾਰਾਜ ਕਹਿੰਦੇ ਕੇਸ ਨਹੀਂ ਕੱਟਣੇ, ਆ ਨਹੀਂ ਕਰਨਾ, ਨਹੀਂ ਮਹਾਰਾਜ ਨੇ ਇਹ ਨਹੀਂ ਕਿਹਾ ਹੋਣਾ, ਮਹਾਰਾਜ ਨੇ ਇਹ ਕਿਹਾ ਹੋਣਾ, ਸਿੱਧਾ ਸਾਦਾ ਬਚਨਾ, ਦੈਟਸ ਇਟ। ਨਹੀਂ ਥੋੜੇ ਮੂਰੇ ਮਾਸ ਆ ਗਿਆ, ਵੈਰੀ ਨਾਈਸ ਫੂਡ, ਮਹਾਰਾਜ ਕਹਿੰਦੇ ਨਹੀਂ ਖਾਣਾ, ਦੈਟਸ ਇਟ, ਨਹੀਂ ਖਾਣਾ, ਗੱਲ ਮੁੱਕੀ, ਸੋਚਣਾ ਵੀ ਨਹੀਂ ਉਹਦੇ ਬਾਰੇ। ਕਈ ਵਾਰੀ ਆਪਾਂ ਛੱਡ ਦਿੰਦੇ ਹਾਂ, ਬਾਅਦ ਚ ਸੋਚੀਦਾ ਮੈਂ ਲੈ ਹੀ ਲੈਂਦਾ, ਓਪਰਚੁਨਿਟੀ ਸੀਗੀ, ਇਹ ਸਾਮਾਨ ਆਫੋਮੀ ਕਰਪਸ਼ਨ ਮੈਂ ਲੈ ਹੀ ਲੈਂਦਾ, ਚੰਗਾ ਰਹਿੰਦਾ, ਭਾਵੇਂ ਛੱਡ ਦਿੱਤੀ ਜਾਂ ਨਹੀਂ ਲਈ, ਪਰ ਉਹਦੇ ਬਾਰੇ ਸੋਚੀ ਜਾਣਾ। ਵੀ ਆਰ ਨਾਟ ਸਟ੍ਰੇਟ, ਯੂ ਹੈਵ ਟੂ ਬੀ ਸਟ੍ਰੇਟ। ਉਹ ਚੀਜ਼ ਆ, ਜਿਹੜੇ ਸਟ੍ਰੇਟ ਆ ਉਹ ਬੰਦਿਆਂ ਦੀ ਕਮਾਈ ਬਹੁਤ ਪਹਿਲਾਂ ਦੀ ਆ, ਉਹ ਬਹੁਤ ਕਮਾਈ ਕਰਕੇ ਆਇਆ, ਤਾਂ ਹੀ ਉਹ ਸਟ੍ਰੇਟ ਸੋਚਦੇ ਆ, ਉਹ ਬਿੰਗਾ ਟੇਢਾ ਨਹੀਂ ਸੋਚਦੇ, ਉਹ ਸਿੱਧੇ ਬੰਦੇ ਆ, ਦੇ ਨੋ ਵਾਟ ਦੇ। ਆ ਨਿਸ਼ਾਨੀ ਹੁੰਦੀ ਹੈ ਇਹ ਜਿਹੜੀ ਨੈਚੁਰਲ। ਸੋ ਨਾਓ ਭਗਤ ਧੰਨੇ ਦੀ ਸਾਖੀ ਤੋਂ ਇਨਸੈਂਸ ਜਿਹੜੀ ਹੈ, ਸਿੱਧ ਜਿਹੜਾ ਹਾਂ ਭੋਲਾ ਭਾਉ ਜਿਹੜਾ ਹੈ, ਉਹ ਭਗਤ ਧੰਨੇ ਦੇ ਵਿੱਚ ਹੈ। ਉਹਨੇ ਨਾ ਸੋਨਾ ਦੇਖਣਾ, ਨਾ ਚਾਂਦੀ ਦੇਖਣਾ, ਉਹਨੂੰ ਪਰਮਾਤਮਾ ਚਾਹੀਦਾ ਹੈ। ਪਰਮਾਤਮਾ ਦੀ ਭਗਤੀ ਕੀਤੀ, ਗੁਰੂ ਨਾਨਕ ਖੁਸ਼ ਹੋਇਆ, ਉਹਨੇ ਕਹਿਣਾ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ, ਆਈ ਜਸਟ ਵਾਂਟ ਯੂ, ਆਈ ਡੋਨਟ ਵਾਂਟ ਐਨੀਥਿੰਗ ਐਲਸ। ਉਹ ਚੀਜ਼ ਮੰਗੀ ਆ ਉਹਨਾਂ ਨੇ। ਮਹਾਰਾਜ ਕਹਿੰਦੇ ਰਾਜ ਲੈ ਲਾ, ਨਹੀਂ ਲੈਣਾ ਮੈਂ। ਸੋ ਡੈਡੀਕੇਸ਼ਨ, ਆਪਣੇ ਆਪ ਨੂੰ ਜਿਹੜੀ ਦ੍ਰਿੜਤਾ ਅੰਦਰ ਰੱਖਣੀ ਹੈ, ਡੈਡੀਕੇਟ ਕਰਨਾ ਆਪਣੇ ਆਪ ਨੂੰ, ਜੋ ਵੀ ਹੋ ਜਾਵੇ ਪਰਮਾਤਮਾ ਦਾ ਪੱਲਾ ਨਹੀਂ ਛੱਡਣਾ, ਜਿਵੇਂ ਧੰਨੇ ਨੇ ਨਹੀਂ ਛੱਡਿਆ, ਰਾਈਟ। ਫਿਰ ਆ ਗਿਆ ਜੀ ਪਰਮਾਤਮਾ ਨਾਲ ਪਿਆਰ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਤੂੰ ਚਾਹੀਦਾ, ਦੈਟਸ ਇਟ। ਓਕੇ, ਫਿਰ ਦੇਖੋ ਨਾਉ ਲਈਏ ਸਿਰਜਣਹਾਰ ਦਾ। ਦੇਖੋ ਇਹ ਭਾਈ ਸਾਧੂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨ ਇਨ ਲੋ, ਬੀਬੀ ਵੀਰੋ ਜੀ ਦੇ ਪਤੀ, ਕੀ ਕਹਿੰਦੇ ਆ, ਨਾਉ ਲਈਏ ਸਿਰਜਣਹਾਰ ਦਾ, ਭਗਤਾਂ ਦੇ ਕੰਮ ਸਵਾਰਦਾ। ਵੈਰੀ ਨਾਈਸ, ਸਟ੍ਰੇਟ ਫੋਰਵਰਡ। ਕਹਿੰਦੇ ਉਹਦਾ ਪਰਮਾਤਮਾ ਦਾ ਨਾਮ ਲੈ, ਉਹ ਪਰਮਾਤਮਾ ਜਿਹੜਾ ਭਗਤਾਂ ਦੇ ਕਾਰਜ ਸਵਾਰਦਾ, ਜਿਹੜਾ ਭਗਤਾਂ ਦੀ ਆ ਕੇ ਲਾਜ ਰੱਖਦਾ ਹੈ। ਕਹਿੰਦੇ ਕੇਵੜ ਆਖ ਸਲਾਈ ਹੈ, ਜਿਹੋ ਕੀਮਤ ਕਹਿ ਨਾ ਜਾਏ। ਉਹਦੀ ਕੀਮਤ ਕੌਣ ਕਹਿ ਸਕਦਾ ਵੀ ਪਰਮਾਤਮਾ ਕਿੱਡਾ ਕੁ ਵੱਡਾ। ਨਾਮ ਭਗਤ ਨਾਮਦੇਵ ਜੀ। ਹੁਣ ਭਗਤ ਨਾਮਦੇਵ ਜੀ ਦੇਖੋ ਹਰ ਰੋਜ਼ ਜਿਹੜੇ ਹਨ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਪ੍ਰਤੱਖ ਹੋਇਆ ਕਰਦੇ ਆ। ਉਹਨਾਂ ਵਾਸਤੇ ਪਰਮਾਤਮਾ ਪ੍ਰਤੱਖ ਹੈ। ਨਾਮਾ ਦੇਖੇ ਨਾਰਾਇਣ ਹਸੈ, ਉਹਨਾਂ ਨੇ ਵੀ ਦੁੱਧ ਪਿਲਾਇਆ ਸੀਗਾ। ਸੋ ਇਹ ਵੀ ਸਾਖੀ ਆਉਂਦੀ ਹੈ, ਉਹਨਾਂ ਨੇ ਦੁੱਧ ਪਿਲਾਇਆ ਪਰਮਾਤਮਾ ਨੂੰ, ਤੇ ਉਹਨਾਂ ਦਾ ਨਾਨਾ ਜੀ ਕਹਿ ਗਏ ਅਸੀਂ ਭੋਗ ਲਵਾ ਦੀ। ਉਹ ਕਹਿੰਦੇ ਭੋਗ ਕੀ ਹੈ? ਕਹਿੰਦੇ ਪਰਮਾਤਮਾ ਪੀਂਦਾ ਹੋਗਾ। ਉਹਨਾਂ ਨੇ ਬਹਿ ਕੇ ਪਿਲਾਈ ਦਿੱਤਾ ਮਹਾਰਾਜ ਨੂੰ, ਪਰਮਾਤਮਾ ਨੇ ਪ੍ਰਗਟ ਹੋ ਕੇ ਪੀਤਾ। ਫਿਰ ਉਹਨਾਂ ਦੇ ਕੋਲ ਇੱਕ ਭਗਤ ਤਰਲੋਚਨ ਜੀ ਨੇ, ਉਹ ਆਏ, ਉਹਨਾਂ ਨੇ ਆ ਕੇ ਭਗਤ ਨਾਮਦੇਵ ਜੀ ਦੇ ਨਾਲ ਗੱਲ ਕੀਤੀ। ਕਹਿੰਦੇ ਤੈਨੂੰ ਦਰਸ਼ਨ ਹੁੰਦੇ ਮੈਨੂੰ ਵੀ ਕਰਾ ਦੇ। ਭਗਤ ਨਾਮਦੇਵ ਜੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ, ਪਰਮਾਤਮਾ ਇਹਨਾਂ ਨੂੰ ਵੀ ਦਰਸ਼ਨ ਦੇ ਦਿਓ। ਕਹਿੰਦੇ ਅਸੀਂ ਦਰਸ਼ਨ ਨਹੀਂ ਦੇ ਸਕਦੇ ਕਿਉਂਕਿ ਇਹ ਕਮਾਈ ਆ। ਕਈਆਂ ਨੂੰ ਦਰਸ਼ਨ ਹੁੰਦੇ, ਕਈਆਂ ਸਾਡੇ ਦਰਸ਼ਨ ਨਹੀਂ ਹੁੰਦੇ। ਉਹ ਭਗਤ ਨਾਮਦੇਵ ਜੀ ਕਹਿੰਦਾ ਨਹੀਂ ਮਹਾਰਾਜ ਕਿਰਪਾ ਕਰ ਦਿਓ। ਪਰਮਾਤਮਾ ਪਤਾ ਕੀ ਕਹਿੰਦਾ ਬੈਠਾ, ਕਹਿੰਦਾ ਨਾਮਦੇਵ ਜੇ ਤੂੰ ਕਹਿਣਾ ਆ ਨਾ ਦੇ ਦਿੰਦੇ। ਦੇਖੋ ਪਰਮਾਤਮਾ ਭਗਤ ਦੀ ਗੱਲ ਮੰਨਦਾ ਹੈ। ਵਾਈ? ਬਿਕਾਜ਼ ਭਗਤ ਹੈਜ਼ ਗਿਵਨ ਐਵਰੀਥਿੰਗ ਟੂ ਹਿਮ। ਸੋ ਫਿਰ ਪਰਮਾਤਮਾ ਉਹਦੇ ਕਾਰਜ ਕਰਦਾ ਹੈ। See, if you don't dedicate yourself, you can't even keep your job. ਤੁਸੀਂ ਆਪਣਾ ਜੌਬ ਨਹੀਂ ਰੱਖ ਸਕਦੇ ਜੇ ਤੁਹਾਡੇ ਵਿੱਚ ਡੈਡੀਕੇਸ਼ਨ ਹੈ ਨਹੀਂ। ਰੱਬ ਕਿੱਥੋਂ ਮਿਲ ਜੂ? Tell me. See, if you don't have dedication, you cannot keep your family together. You cannot keep your maya. You cannot keep anything in your life if you are not dedicated. Then how do you think you're going to attain Paramatma without dedication? ਨਹੀਂ ਹੋ ਸਕਦਾ। ਸਿੰਪਲ ਜੀ ਗੱਲ ਹੈ, ਦੇਣਾ ਪਊਗਾ ਉਹਨੂੰ, ਆਪਣੇ ਆਪ ਨੂੰ ਡੈਡੀਕੇਟ ਕਰਨਾ ਪੈਣਾ ਨਾ। ਦੇਖੋ ਭਗਤ ਨਾਮਦੇਵ ਜੀ ਦਾ ਹਉ ਅਧੀਨ ਹਾਂ ਭਗਤ ਦੇ। ਦੇਖੋ ਇਹ ਪਰਮਾਤਮਾ ਨੇ ਕਿਹਾ ਭਗਤ ਨਾਮਦੇਵ ਜੀ ਨੂੰ, ਕਹਿੰਦੇ ਦੇਖ ਭਾਈ ਹਉ ਅਧੀਨ ਹਾਂ ਭਗਤ ਦੇ, ਪਹੁੰਚਣਾ ਹੰਗਾ ਭਗਤੀ ਦਾਵੈ। ਕਹਿੰਦੇ ਕੋਈ ਭਗਤੀ ਦਾ ਦਾਵਾ ਕਰੇ ਨਾ, ਮੈਂ ਇਹ ਕੀਤਾ, ਮੈਂ ਇੰਨਾ ਸਿਮਰਨ ਕੀਤਾ, ਇੰਨੇ ਅਖੰਡ ਪਾਠ ਕਰ ਲਏ, ਇੰਨੇ ਸਹਿਜ ਪਾਠ ਕਰ ਲਏ, ਪਰਮਾਤਮਾ ਯੂ ਹੈਵ ਟੂ ਕਮ। ਕਹਿੰਦੇ ਪਹੁੰਚਣਾ ਹੰਗਾ ਭਗਤੀ ਦਾਵੈ, ਦਾਵੇ ਦੇ ਨਾਲ ਨਹੀਂ। ਯੂ ਕੈਨੋਟ ਕਲੇਮ। ਹਉ ਵਿਚੋਲ ਜਿਹੜਾ ਹਾਂ ਹੋਏ ਵਿਚੋਲਾ ਆਣ ਮਿਲਾਵੇ। ਕਹਿੰਦੇ ਭਗਤ ਵਿਚੋਲਾ ਬਣ ਕੇ, ਮਿਡਲਮੈਨ ਬਣ ਕੇ ਮਿਲਾ ਦਿੰਦਾ। ਦੈਟਸ ਵਾਟ ਯੂ ਓਕੇ। ਸੋ ਦੇਖੋ ਹੁਣ ਭਗਤ ਨਾਮਦੇਵ ਜੀ ਦੇ ਘਰ ਨੂੰ ਇੱਕ ਵਾਰੀ ਅੱਗ ਲੱਗ ਗਈ, ਉਹਨਾਂ ਦੇ ਹੱਟ ਨੂੰ। ਗੁਆਂਢੀਆਂ ਨੇ ਉਹਨਾਂ ਨੇ ਕੀ ਕੀਤਾ, ਜਾ ਕੇ ਭਗਤ ਨਾਮਦੇਵ ਜੀ ਨੂੰ ਜੰਗਲਾਂ ਤੋਂ ਸੱਦ ਕੇ ਲਿਆਏ, ਤੁਹਾਡੇ ਘਰ ਨੂੰ ਅੱਗ ਲੱਗ ਗਈ ਹੈ। ਉਹਨਾਂ ਨੇ ਕੀ ਕੀਤਾ, ਸਮਾਨ ਭਗਤ ਨਾਮਦੇਵ ਜੀ ਦੇ ਘਰ ਦਾ ਕੱਢ ਕੇ ਬਾਹਰ ਰੱਖ ਦਿੱਤਾ ਵੀ ਸੜੇ ਨਾ। ਦੈਟਸ ਵਾਟ ਯੂ ਵਿਲ ਡੂ ਰਾਈਟ ਟੂ ਹੈਲਪ। ਸੋ ਉਹਨਾਂ ਨੇ ਸਮਾਨ ਕੱਢ ਕੇ ਬਾਹਰ ਰੱਖ ਦਿੱਤਾ। ਭਗਤ ਨਾਮਦੇਵ ਜੀ ਆਏ, ਉਹ ਕਹਿੰਦੇ ਭਾਈ ਹੇ ਪਰਮਾਤਮਾ, ਹੇ ਬੀਠਲ, ਅੱਜ ਤੂੰ ਬੜਾ ਚਾਨਣ ਕਰਕੇ ਬੈਠਾ। ਵੈਰੀ ਨਾਈਸ ਰੂਪ, ਯੂ ਲੁੱਕ ਵੈਰੀ ਬਿਊਟੀਫੁਲ ਟੁਡੇ ਇਨ ਫਾਇਰ। ਉਹਨਾਂ ਨੇ ਫਾਇਰ ਦੇ ਵਿੱਚ ਵੀ ਪਰਮਾਤਮਾ ਨੂੰ ਦੇਖਿਆ।
ਕਹਿੰਦੇ ਹੇ ਫਾਇਰ ਤੂੰ ਅੱਜ ਬਹੁਤ ਸੋਹਣਾ ਲੱਗਦਾ ਹੈ ਪਰਮਾਤਮਾ ਇਸ ਰੂਪ ਦੇ ਵਿੱਚ, ਯੂ ਲੁੱਕ ਸਟਨਿੰਗ। ਉਹ ਤਾਂ ਵਿਚਾਰਾ ਜਿਹੜਾ ਭਗਤ ਨਾਮਦੇਵ ਤਾਂ ਸ਼ੁਕਰਾਨਾ ਕਰਨ ਲੱਗ ਗਿਆ, ਤੇ ਜਦੋਂ ਉਹਨੇ ਦੇਖਿਆ ਸਮਾਨ ਕੱਢ ਕੇ ਰੱਖਿਆ ਹੋਇਆ, ਗੁਆਂਢਣ ਕਹਿੰਦੇ ਕਿਉਂ ਕੱਢਿਆ? ਗਿਵ ਇਟ ਟੂ ਪਰਮਾਤਮਾ। ਕਹਿੰਦੇ ਵਿਠਲ ਨੇ ਲੈਣਾ, ਦੋ। ਇਹਨ ਚੱਕ ਚੱਕ ਕੇ ਵਿੱਚ ਮਾਰਿਆ, ਉਹ ਵੀ ਸਾੜ ਦਿੱਤਾ। ਕੀ ਹੁੰਦਾ ਹੈ ਨਾ, ਦੇਖੋ ਨਾ, ਇਹ ਕਹਿ ਕੇ ਨਾ ਰਾਤ ਪੈ ਗਈ, ਸਾਰੇ ਘਰ ਨੂੰ ਮੁੜ ਗਏ, ਭਗਤ ਨਾਮਦੇਵ ਜੀ ਵਿਚਾਰੇ ਅੱਜ ਬਾਹਰ ਪਏ ਹੈ ਖੁੱਲੇ ਅਸਮਾਨ ਦੇ ਵਿੱਚ। ਪਰਮਾਤਮਾ ਦਾ ਧੰਨਵਾਦ। ਇਹਨੂੰ ਪਰਮਾਤਮਾ ਨੇ ਆ ਕੇ ਰਾਤੋਂ ਰਾਤ ਇਨ ਵਨ ਨਾਈਟ ਹੀ ਮੇਡ ਦ ਹਟ ਅਗੇਨ ਫॉर ਐਂਡ ਦ ਹਟ ਵਾਸ ਸੋ ਬਿਊਟੀਫੁਲ, ਬਹੁਤ ਸੋਹਣੀ। ਗੁਆਂਢਣ ਨੇ ਆ ਕੇ ਭਗਤ ਨਾਮਦੇਵ ਜੀ ਦੂਜੇ ਦਿਨ ਪੁੱਛਿਆ, ਕਹਿੰਦੀ ਤੇਰਾ ਘਰ ਕਿਹਨੇ ਬਣਾਤਾ ਰਾਤੋਂ ਰਾਤ, ਬੜਾ ਸੋਹਣਾ ਹੈ। ਕਹਿੰਦੀ ਆਪਾਂ ਵੀ ਪੁੱਛਦੇ ਆ ਨਾ ਗੁਆਂਢੀਆਂ ਨੂੰ, ਜੇ ਘਰ ਸੋਹਣਾ ਬਣਿਆ ਹੋਵੇ, ਰੈਨੋਵੇਸ਼ਨ ਸੋਹਣਾ ਕੀਤਾ ਹੋਵੇ, ਭਾਈ ਕੌਣ ਹੈ ਤੇਰਾ ਕੰਟਰੈਕਟਰ? ਓਕੇ, ਸੋ ਇੱਥੇ ਇੱਕ ਸ਼ਬਦ ਵੀ ਆਉਂਦਾ ਹੈ, ਯਾਨੀ ਮਹਾਰਾਜ ਨੇ ਸ਼ਬਦ ਵੀ ਉਚਾਰਨ ਕੀਤਾ, ਕਹਿੰਦੇ ਪਾੜ ਪੜੋਸਨ ਪੁੱਛ ਲੈ ਨਾਮਾ। ਕਹਿੰਦੇ ਕਾ ਪਹਿਚਾਨ ਸ਼ਵਾਈ ਹੈ। ਸ਼ਵਾਈ ਉਹ ਕਹਿੰਦੇ ਕਿਦੋਂ ਤੋਂ ਇਹ ਬਣਾਈ ਹੈ, ਕੌਣ ਹੈ ਤੇਰਾ ਕੰਟਰੈਕਟਰ? ਪਾੜ ਪੜੋਸਨ ਪੁੱਛ ਲੈ ਨਾਮਾ। ਉਹਨੇ ਪੁੱਛਿਆ ਆ ਕੇ, ਤੇ ਭਗਤ ਨਾਮ ਕਹਿੰਦਾ ਤੋ ਪਹਿ ਦੁਗਣੀ ਮਜ਼ਦੂਰੀ ਦੇਹੋ। ਕਹਿੰਦੇ ਤੇਰੇ ਨਾਲੋਂ ਮੈਂ ਡਬਲ ਉਹਨੂੰ ਦਊਂਗੀ, ਪੈਸਾ ਮੈਂ ਡਬਲ ਦਿਆਂਗੀ, ਮੇਰਾ ਵੀ ਘਰ ਬਣਾ ਦੇਵੇ ਆ ਕੇ। ਓਕੇ, ਫਿਰ ਕਹਿੰਦੇ ਮੋਕੋ ਬੇਡੀ ਦੇਹੋ ਬਤਾਏ ਹੋ। ਕਹਿੰਦੇ ਮੈਨੂੰ ਦੱਸ ਦੇ ਕਿ ਤੇਰਾ ਕੰਟਰੈਕਟਰ ਕੌਣ ਹੈ, ਕੰਟੈਕਟ ਦੇ ਦੇ। ਆਪਾਂ ਅੱਜ ਕੱਲ ਫੋਨ ਨੰਬਰ ਮੰਗਦੇ ਨਾ, ਤੇ ਕਹਿੰਦੇ ਮੈਨੂੰ ਕੰਟੈਕਟ ਦੇ ਦੇ ਤੂੰ, ਮੈਂ ਕੰਟੈਕਟ ਕਰਕੇ ਮੈਂ ਵੀ ਘਰ ਬਣਵਾ ਲਵਾਂ। ਭਾਈ ਭਗਤ ਨਾਮਦੇਵ ਜੀ ਨੇ ਪਤਾ ਕੀ ਦੱਸਿਆ ਫਿਰ? ਕਹਿੰਦਾ ਰੀ ਬਾਈ, ਉਹਨੂੰ ਬਾਈ ਕਹਿੰਦਾ, ਮੈਂ ਕਹਿੰਦੇ ਭੈਣੇ ਰੀ ਬਾਈ ਬੇਟੀ ਦੇ ਨਾ ਜਾਈ, ਮੈਂ ਤੈਨੂੰ ਬੇਟੀ ਦਾ ਕਿੱਥੋਂ ਪਤਾ ਦੱਸਾਂ? If I say that Paramatma is here, that means it's not here, it's there, here, everywhere. ਕਹਿੰਦਾ ਮੈਂ ਤੈਨੂੰ ਕਿਵੇਂ ਦੱਸਾਂ ਬੇਟੀ ਕਿੱਥੇ ਆ? ਤੇ ਕਹਿੰਦੇ ਦੇਖ ਬੇਟੀ ਰਹਿਓ ਸਮਾਈ। ਕਹਿੰਦੇ ਮੈਂ ਤਾਂ ਬੇਟੀ ਨੂੰ ਦੇਖ ਕੇ ਮੈਂ ਉਹਦੇ ਚ ਸਮਾ ਜਾਂਦਾ, ਮੈਨੂੰ ਨਹੀਂ ਪਤਾ ਕਿੱਥੇ ਹੈਗਾ ਕਿੱਥੇ ਨਹੀਂ, ਬਿਕੋਜ਼ space is also another thing that you see. If you recognize any other than you, ਫਿਰ ਤੁਹਾਨੂੰ space ਮਿਲਦਾ ਹੈ, right? If I put my hands like that, then I have space in between. If I put my hands like that, I don't see the space. ਕਹਿੰਦੇ ਭਗਤ ਵਾਸਤੇ ਤਾਂ ਪਰਮਾਤਮਾ ਹੀ ਪਰਮਾਤਮਾ ਹੈ ਨਾ। ਕਹਿੰਦੇ ਮੈਂ ਕਿੱਥੇ ਦੱਸਾਂ ਤੈਨੂੰ? ਕਹਿੰਦੇ ਫਿਰ ਹਮਾਰੇ ਬੇਟੀ ਪ੍ਰਾਣ ਆਧਾਰਾ, ਮੇਰਾ ਬੇਟੀ ਤਾਂ ਪ੍ਰਾਣਾ ਦਾ ਆਧਾਰ ਹੈ, ਮੇਰਾ ਪਿਆਰਾ ਹੈ। So that's how ਪਰਮਾਤਮਾ ਨੇ ਭਗਤ ਨਾਮਦੇਵ ਜੀ ਦੀ ਛਪੜੀ ਬਣਾ ਦਿੱਤੀ। Now see, the day you leave it to God, God does your work. But until you think you are the hero, you remain the hero, you do your own work. ਗੱਲ ਸਿੱਧੀ ਹੈ, ਕਰੀ ਜਾ ਬੜੀ ਖੁਸ਼ੀ ਨਾਲ। ਜੰਮਦਾ ਬੰਦਾ ਜੰਮ ਕੇ ਮਰਦੇ ਤੱਕ ਨਾ ਉਹ ਇਹੀ ਸੋਚਦਾ ਰਹਿੰਦਾ, ਮੈਂ ਹੀ ਕਰ ਰਿਹਾ, ਮੈਂ ਹੀ ਕਰ ਰਿਹਾ, ਮੈਂ ਹੀ ਕਰਨਾ, ਮੈਂ ਉਹ ਕਰਨਾ। ਕਰੀ ਜਾ ਫਿਰ। ਪਰਮਾਤਮਾ is happy, he say your life is enough and give you another one. ਉਹ ਤੋਂ ਬਾਅਦ another one ਲੈ ਲਾ, ਹਨਾ? ਸੋ ਮਰਜ਼ੀ ਕਰੋ, because you don't leave it to him. You think you know the best. ਇਹ ਚੀਜ਼ ਹੈ ਨਾ, you know the best. ਓਕੇ, ਫਿਰ ਦੇਖੋ ਭਗਤ ਨਾਮਦੇਵ ਜੀ ਦੀ ਇੱਕ ਹੋਰ ਸਾਖੀ ਹੈ। ਭਗਤ ਨਾਮਦੇਵ ਜੀ ਜਿਹੜੇ ਹਨ ਉਹ ਪਹੁੰਚੇ ਜਿਹੜਾ ਔਦਿਆ ਨਾਗਨਾਥ ਮੰਦਰ। ਹੋ ਇਹ ਜਿਹੜਾ ਮੰਦਰ ਹੈ ਨਾ, ਨਾਗ ਮੰਦਰ ਜਿਹੜਾ ਹੈ, ਇਹ ਹਜੂਰ ਸਾਹਿਬ ਤੋਂ 70 ਕਿਲੋਮੀਟਰ ਦੂਰ ਹੈ, 70 ਕਿਲੋਮੀਟਰ ਦੂਰ ਹੈ ਨਾਂਦੇੜ ਤੋਂ, ਆਪਣੇ ਸੱਚਖੰਡ ਹਜੂਰ ਸਾਹਿਬ ਤੋਂ। ਹੁਣ ਦੇਖੋ ਉਹ ਪੰਡਤ ਜਿਹੜੇ ਸੀਗੇ ਉਹ ਪੂਜਾ ਕਰ ਰਹੇ ਆ ਉਹ ਮੰਦਰ ਦੇ ਵਿੱਚ। ਭਗਤ ਨਾਮਦੇਵ ਜੀ ਉੱਥੇ ਚਲੇ ਗਏ, ਬੜੀ ਮੌਜ। ਉਹਨੇ ਦੇਖਿਆ ਵੀ ਮਹਾਰਾਜ ਦਾ ਭਜਨ ਕਰ ਰਹੇ, ਉਹ ਵੀ ਵਿਚਾਰਾ ਉੱਥੇ ਬਹਿ ਗਿਆ, ਉਹ ਵੀ ਭਜਨ ਕਰਨ ਲੱਗ ਪਿਆ। ਉਹਨਾਂ ਨੇ ਸੋਚਿਆ ਵੀ ਇਹ ਨੀਵੀਂ ਜਾਤੀ ਵਾਲਾ ਕਿੱਥੇ ਆ ਕੇ ਵੜ ਗਿਆ, ਇਹਨੂੰ ਵੀ ਆ ਬ੍ਰਾਹਮਣ ਆ ਕਿੱਥੋਂ ਨੀਵੀਂ ਜਾਤੀ ਵਾਲਾ ਆ ਗਿਆ। ਉਹਨਾਂ ਨੇ ਧੱਕੇ ਮਾਰ ਕੇ ਭਗਤ ਨਾਮਦੇਵ ਨੂੰ ਬਾਹਰ ਕੱਢ ਦਿੱਤਾ। ਹੁਣ ਭਗਤ ਨਾਮਦੇਵ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਭਗਤ ਨਾਮਦੇਵ ਨੂੰ ਦੁੱਖ ਵੀ ਹੋਇਆ ਤੇ ਉਹਨਾਂ ਨੇ ਕਿਹਾ, ਹੇ ਬੇਟੀ ਅੱਜ ਤੂੰ ਮੈਨੂੰ ਆਪਣੇ ਮੰਦਰ ਚੋਂ ਕੱਢ ਰਿਹਾ, ਮੈਂ ਕੀ ਪਾਪ ਕਰ ਦਿੱਤਾ? ਹੀ ਬਲੇਮ ਹਿਮਸੈਲਫ, ਹੀ ਡਿਡਨਟ ਬਲੇਮ them। ਜਿਨ੍ਹਾਂ ਨੇ ਕੱਢਿਆ ਉਹਨੂੰ ਬਲੇਮ ਨਹੀਂ ਕੀਤਾ, ਕਹਿੰਦਾ ਮੈਂ ਕੀਤਾ, ਮੇਰਾ ਜ਼ਰੂਰ ਕੋਈ ਕਸੂਰ ਹੋਣਾ ਹੈ। ਪਰਮਾਤਮਾ ਜਿਹੜਾ ਤੈਨੂੰ ਮੈਨੂੰ ਅੱਜ ਆਪਣੇ ਮੰਦਰ ਤੋਂ ਧੱਕੇ ਮਾਰ ਕੇ ਕੱਢ ਦਿੱਤਾ। ਕਹਿੰਦਾ ਕੋਈ ਨਹੀਂ ਪਰਮਾਤਮਾ, ਜੇ ਤੂੰ ਮੈਨੂੰ ਆਪਣੇ ਮੰਦਰ 'ਚ ਨਹੀਂ ਦੇਖਣਾ, ਮੈਂ ਤੇਰੇ ਪਿੱਛੇ ਜਾ ਕੇ ਬਹਿ ਜਾਂਦਾ। ਸੋ ਹੀ ਸੈਟ ਬਿਹਾਈਂਡ ਦ ਟੈਂਪਲ, ਐਗਜ਼ੈਕਟਲੀ ਬਿਹਾਈਂਡ, ਸਿਮੈਟ੍ਰਿਕਲੀ ਉੱਥੇ ਜਾ ਕੇ ਪਿੱਛੇ ਬਹਿ ਗਿਆ। ਜਾ ਕੇ ਉੱਥੇ ਭਜਨ ਕੀਤਾ। ਕੀ ਹੋਇਆ? ਉਹ ਸਾਰਾ ਮੰਦਰ ਘੁੰਮਣ ਲੱਗ ਪਿਆ। The whole ਮੰਦਰ rotated। ਤੁਹਾਨੂੰ ਪਤਾ ਨਾ ਮੰਦਰ ਹੁੰਦਾ, they got open balcony and then they have their puja there, right? So ਉਹ whole ਮੰਦਰ ਟਰਨ ਹੋ ਕੇ ਭਗਤ ਨਾਮਦੇਵ ਜੀ ਵੱਲ ਮੂੰਹ ਹੋ ਗਿਆ ਤੇ ਪੰਡਤਾਂ ਵੱਲ ਪਿੱਠ ਹੋ ਗਈ। ਸੋ ਉੱਥੇ ਜਿਹੜਾ ਹੈ, ਜਿਹੜਾ ਹੁਣ ਦੇਖੋ ਨਾ, ਮਹਾਰਾਜ ਬਾਣੀ ਚ ਲਿਆ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾ। ਦੇਖੋ ਪਰਮਾਤਮਾ ਦੇ ਪਿਆਰੇ ਆਪਣਾ ਗੁਣ ਨਹੀਂ ਗਵਾਉਂਦੇ। ਉਹ ਜਿਹੜੀਆਂ ਦੇਖੋ, for them the insult was nothing। ਭਗਤ ਨਾਮਦੇਵ ਜੀ ਨੇ ਉਹ ਇਨਸਲਟ ਦਾ ਦੁੱਖ ਨਹੀਂ ਲੱਗਿਆ,
ਉਹਨੇ ਪਰਮਾਤਮਾ ਅੱਗੇ ਅਰਦਾਸ ਕੀਤੀ, ਪਰਮਾਤਮਾ ਤੂੰ ਕਿਉਂ ਕੱਢਿਆ ਮਨ ਮੰਦਰ ਵਿੱਚੋਂ। ਸੋ ਫਿਰ ਪਰਮਾਤਮਾ ਨੇ ਮੰਦਰ ਘੁਮਾ ਕੇ ਆਪਣੇ ਭਗਤ ਦੀ ਲਾਜ ਰੱਖੀ। Until now, the mandir is facing the other side. Until today. See, any mandir you see in India is always facing the sunrise. ਇਹ ਇੱਕੋ ਇੱਕ ਮੰਦਰ ਆ ਜਿਹੜਾ ਸਾਊਥ ਨੂੰ ਫੇਸ ਕਰ ਰਿਹਾ ਹੈ, ਸੌਰੀ ਵੈਸਟ ਨੂੰ। ਇਹ ਮੰਦਰ ਨੂੰ ਦੂਜੇ ਪਾਸੇ ਕਰਤਾ, ਉਹਦਾ ਮੂੰਹ ਹੀ ਬਦਲ ਦਿੱਤਾ, ਪਲਟ ਦਿੱਤਾ। ਐਂਡ ਅੰਟਿਲ ਟੁਡੇ ਦ ਮੰਦਰ ਇਜ਼ ਦੇयर। ਸੋ ਤੇ ਦੇਖ ਵੀ ਸਕਦੇ ਹੋ। ਸੋ ਦੇਖੋ ਉਹ ਸਾਰਾ ਜਿਹੜਾ ਹਨ ਜੋ ਨਾਮਾ ਹਰ ਗੁਣ ਉਚਰੇ ਨਾ, ਉਹ ਸ਼ਬਦ ਸਾਰਾ ਆਉਂਦਾ ਹੈ ਗੁਰਬਾਣੀ ਦੇ ਵਿੱਚ, ਪੜ੍ਹ ਲਿਓ। ਸੋ ਦੇਖੋ ਭਗਤ ਨਾਮਦੀਪ ਵਾਸਤੇ ਮਹਾਰਾਜ ਨੇ ਮੰਦਰ ਵੀ ਪਲਟਾ ਦਿੱਤਾ ਵੀ ਮੇਰੇ ਭਗਤ ਦੀ ਇੱਜ਼ਤ ਦਾ ਸਵਾਲ। ਉਹਨਾਂ ਨੇ ਲਾਜ ਰੱਖੀ ਆਪਣੇ ਭਗਤ ਦੀ। ਓਕੇ ਚਲੋ, ਭਗਤ ਨਾਮਦੇਵ ਦੇ ਵਿੱਚ ਹੁਣ ਜਿਹੜੀ ਹੈ ਪਹਿਲੀ ਗੱਲ ਕੀ ਆ, ਪਰ ਉਪਕਾਰ। ਉਹ ਦੂਜਿਆਂ ਦਾ ਭਲਾ ਕਰਦੇ, ਫਿਰ ਵੀ ਅਰਦਾਸਾਂ ਕਰਦੇ ਮਹਾਰਾਜ ਇਹਨਾਂ ਨੂੰ ਖੁਸ਼ ਰੱਖਿਓ। ਉਹਨਾਂ ਨੇ ਪਰਮਾਤਮਾ ਦੇ ਦਰਸ਼ਨ ਵੀ ਕਰਾਤੇ ਭਗਤ ਤਲੋਚਨ ਜੀ ਨੂੰ। ਇਹਨਾਂ ਨੇ ਇਹ ਨਹੀਂ ਕਿਹਾ, ਸੈਲਫਿਸ਼ ਪਣਾ ਨਹੀਂ ਕੀਤਾ ਵੀ ਮੈਂ ਦੇਖ ਲਾਂ, ਮੈਂ ਤੈਨੂੰ ਕਿਉਂ ਦਿਖਾਵਾਂ। ਨੋ, ਤੂੰ ਵੀ ਦੇਖ। ਭਗਤ ਚਾਹੁੰਦਾ ਹੈ ਵੀ ਸਾਰਿਆਂ ਦਾ ਭਲਾ ਟਰੂਫੁਲੀ ਨਾ, ਜੇ ਆਪਾਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ, ਇਹ ਭਗਤ ਹੀ ਕਰ ਸਕਦਾ। ਆਪਾਂ ਤਾਂ ਸਿਰਫ ਕਹਿੰਦੇ ਹੀ ਹਾਂ, ਕਹਿ ਕੇ ਘਰ ਨੂੰ ਮੁੜ ਕੇ ਗੁਆਂਢੀ ਨਾਲ ਜਾ ਕੇ ਲੜ ਪੈਂਦੇ ਆ। ਦੈਟਸ ਵਾਟ ਵੀ ਡੂ। ਗੁਆਂਢੀ ਨੂੰ ਛੱਡੋ, ਗੱਡੀ 'ਚ ਆਪਸ ਵੀ ਲੜ ਪੈਂਦੇ ਆਪਾਂ, ਆਪਣਾ ਹੰਕਾਰ ਹੀ ਐਡਾ ਵੱਡਾ ਹੋ ਜਾਂਦਾ ਨਾ। ਚਲੋ ਓਕੇ। ਸੋ ਦੂਜਾ ਸਮਰਪਣ, ਟੂ ਸਰੈਂਡਰ yourself, ਟੂ ਗਿਵ ਅਪ yourself। ਇਹ ਪਰਮਾਤਮਾ ਦੀ ਭਾਣੇ ਵਿੱਚ ਆਪਣੇ ਆਪ ਨੂੰ ਮਿਟਾ ਦੇਣਾ। ਕਿਉਂ? ਘਰ ਨੂੰ ਅੱਗ ਲੱਗੀ ਆ, ਉਹ ਵੀ ਪਰਮਾਤਮਾ ਹੀ ਮਿਟਾਤਾ ਆਪਣੇ ਆਪ ਨੂੰ। ਫੇਰ ਕਹਿੰਦੇ ਫੋਕਸ, ਧਿਆਨ, ਦ੍ਰਿੜ ਰੱਖਣਾ, ਇੱਕ ਥਾਂ ਤੇ ਫੋਕਸ ਰੱਖਣਾ। ਉਹ ਕੀ ਹੈ ਕਿ ਪਰਮਾਤਮਾ ਤੇ ਉਹਨਾਂ ਦਾ ਧਿਆਨ ਇੱਧਰ ਉੱਧਰ ਨਹੀਂ ਗਿਆ। ਭਾਵੇਂ ਲੋਕਾਂ ਨੇ ਉਹਨੂੰ ਗਾਲਾਂ ਵੀ ਕੱਢੀਆਂ, ਧੱਕੇ ਵੀ ਮਾਰੇ, ਬਟ ਹੀ ਫੋਕਸ ਵਾਸ ਨਾਟ ਸਵੇਟ। ਉਹ ਫੇਰ ਵੀ ਆਪਣੇ ਫੋਕਸ ਵਿੱਚ ਰਹੇ। You see, the important thing for a Bhagat is very simple, Paramatma. Anything else is secondary. ਉਹ ਆਉਂਦਾ ਜਾਂਦਾ does not matter. ਇੱਕ ਚੀਜ਼ ਹੈ, ਮੈਂ ਇਹ ਅਚੀਵ ਕਰਨੀ ਆ, ਮੇਰਾ ਧਿਆਨ ਇੱਥੇ ਜੁੜੇ। ਆਪਾਂ ਕੀ ਹੁੰਦੇ ਆ ਨਾ, ਆਪਾਂ ਸਵੇ ਹੋ ਜਾਂਦੇ ਆ। ਥੋੜੀ ਜਿਹੀ ਗੱਲ ਇੱਥੇ ਤੇ ਆਪਾਂ ਉਧਰ ਨੂੰ ਤੁਰ ਪੈਂਦੇ ਆ, ਫਿਰ ਇੱਧਰ ਨੂੰ ਹੋ ਜਾਂਦੇ ਆ, ਫਿਰ ਉਧਰ ਨੂੰ ਹੋ ਜਾਂਦੇ ਆ। ਵਾਈ ਦੇਖੋ, ਕਈਆਂ ਲੋਕਾਂ ਦੇ ਮਨ ਵਿੱਚ ਅੱਜ ਵੀ ਥੋੜਾ ਜਿਹਾ ਹੋਣਾ, ਮੈਂ ਨਿਤਨੇਮ ਕਰਦੇ ਨੂੰ ਜੀ already 30 years doing ਨਿਤਨੇਮ 40 years I didn't see anything ਹੁਣ ਤਾਂ ਕੁਝ ਮਿਲਿਆ ਹੀ ਨਹੀਂ। ਗੁਰੂ ਨਾਨਕ ਨੂੰ ਨਹੀਂ ਮਿਲਿਆ, ਗੁਰੂ ਗੋਬਿੰਦ ਸਿੰਘ ਨਹੀਂ ਮਿਲਿਆ, ਹੁਣ ਤਾਂ ਕੁਝ ਹੋਇਆ ਹੀ ਨਹੀਂ until now, so I mean so much of problem in life ਫਿਰ ਕੀ ਫਾਇਦਾ ਹੋਇਆ ਮੇਰਾ ਨਿਤਨੇਮ ਕਰਨ ਦਾ, ਰਾਈਟ? ਤੁਸੀਂ ਇਹ ਗੱਲ ਆਮ ਸੁਣਦੇ ਹੋਵੋਗੇ। Because why? They did for what then? Today they are claiming that 30 years has gone, right? But they don't analyze their life, what they did during the 30 years. Did you ever had a faith in you? ਮੈਂ ਜੇ ਕਹਿ ਦਵਾਂ ਕਿਸੇ ਨੂੰ ਅੱਜ ਕੈਂਸਰ ਹੈ, ਕੋਈ ਬੰਦਾ ਹੈ, ਤੁਸੀਂ ਉਹਨੂੰ ਦਿਖਾ ਦਿਓ, ਉਹ ਵਿਰਲੇ ਹੋਣਗੇ। ਮਹਾਰਾਜ ਅੱਗੇ ਅਰਦਾਸ ਕਰਨੀ ਹੈ, ਮਹਾਰਾਜ ਠੀਕ ਕਰਨਾ ਕਰ ਦਿਓ, ਨਹੀਂ ਕਰਨਾ ਨਾ ਕਰੋ, ਤੁਹਾਡੀ ਮਰਜ਼ੀ ਹੈ। ਦੱਸ, ਡੋਂਟ ਡੂ ਐਨੀ ਮੈਡੀਕੇਸ਼ਨ। ਕੈਨ ਯੂ ਡੂ ਦੈਟ? ਪੁੱਛੋ ਆਪਣੇ ਆਪ ਨੂੰ, ਕੈਨ ਯੂ ਡੂ? ਅਰਦਾਸ ਕਰ ਦਿਓ, ਮਹਾਰਾਜ ਨੇ ਰੱਖਣਾ ਰੱਖ ਲਓ, ਨਹੀਂ ਰੱਖਣਾ ਨਾ ਰੱਖੋ, ਤੁਹਾਡੀ ਮਰਜ਼ੀ ਹੈ। ਆਈ ਐਮ ਨੋਟ ਗੋਇੰ ਟੂ ਡੂ ਐਨੀਥਿੰਗ। ਕਰ ਲੂੰਗੇ? ਨਹੀਂ ਨਾ, ਡਾਕਟਰ ਆਉਣਗੇ ਨਾ ਵਿੱਚ, ਚਤਰਾਈਆਂ ਆਉਣਗੀਆਂ, ਆਹ ਕਰ ਲਈਏ, ਉਹ ਕਰ ਲਈਏ, ਬਾਬੇ ਨੂੰ ਮੱਥਾ ਟੇਕਿਆ ਜੀ, ਉਹਨੂੰ ਟੇਕ ਲਈਏ, ਇਹਨੂੰ ਟੇਕ ਲਈਏ। See, the most important thing in your life is your God, ਪਰਮਾਤਮਾ, ਵਾਹਿਗੁਰੂ, ਗੁਰੂ ਨਾਨਕ। ਉਹ ਤੋਂ ਵੱਡਾ ਕੋਈ ਵੀ ਨਹੀਂ ਹੈ। ਉਹਦੇ ਨਾਲ ਸਾਰੀ ਵੱਡੇ, ਉਹ ਤੋਂ ਬਗੈਰ ਸਾਰੀ ਛੋਟੇ। That's the bottom line. ਉਹਦੇ ਬਗੈਰ ਕੌਣ ਹੈ ਵੱਡਾ? ਓਕੇ ਚਲੋ, ਭਾਈ ਮਤੀ ਦਾਸ ਦੀ ਸਾਖੀ ਸੁਣ ਲਓ। ਵੈਰੀ ਸਿੰਪਲ ਹੈ, ਆ ਛੋਟੇ ਸ਼ਬਦਾਂ ਵਿੱਚ ਆਪਾਂ ਇਹਨੂੰ ਕੰਕਲੂਡ ਕਰਾਂਗੇ। ਭਾਈ ਮਤੀ ਦਾਸ ਜੀ ਗੁਰੂ ਘਰ ਦੇ ਜਿਹੜੇ ਹਨ, ਜਿਵੇਂ ਮੁਨਸ਼ੀ ਸੀਗੇ, ਕਹਿ ਲਓ, ਜਿਵੇਂ ਮਹਾਰਾਜ ਦੇ ਟ੍ਰੈਸ਼ਰਰ ਕਹਿ ਲਓ, ਜਾਂ ਮਹਾਰਾਜ ਦੇ ਸੈਕਟਰੀ ਕਹਿ ਲਓ। ਸੋ ਉਹ ਗੁਰੂ ਘਰ ਦੀ ਉਹਨਾਂ ਨੇ ਬਹੁਤ ਸੇਵਾ ਕੀਤੀ। ਸੋ ਗੁਰੂ ਮਹਾਰਾਜ ਦੇ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਦਿੱਲੀ ਗਏ ਜਦੋਂ ਮਹਾਰਾਜ ਸ਼ਹੀਦੀ ਪਾਉਣ ਵਾਸਤੇ ਜਾਂਦੇ ਸੀ, ਗੁਰੂ ਤੇਗ ਬਹਾਦਰ ਸਾਹਿਬ। ਇਹ ਨਾਲ ਚਲੇ ਗਏ ਤੇ ਉੱਥੇ ਜਾ ਕਰਕੇ ਜਿਹੜਾ ਹੈ ਇਹਨਾਂ ਨੇ ਇੱਕ ਪੁਰਾਣਾ ਜਾਂ ਮੈਂਸ਼ਨ ਸੀਗਾ, ਪੈਲਸ ਸੀਗਾ, ਉਹਦੇ ਵਿੱਚ ਔਰੰਗਜ਼ੇਬ ਕਹਿੰਦਾ ਇੱਕ ਰਾਤ ਇਹਨਾਂ ਨੂੰ ਇੱਥੇ ਰੱਖੋ। ਉਹ ਹਵੇਲੀ ਵਿੱਚ ਭੂਤ ਸੀਗੇ, ਸੋ ਕਹਿੰਦਾ ਇੱਥੇ ਰੱਖੋ, ਡਰਾ ਕੇ ਆਪੇ ਠੀਕ ਹੋ ਜਾਣਗੇ। ਨਾ ਭੂਤ ਵੀ ਆਏ, ਗੁਰੂ ਤੇਗ ਬਹਾਦਰ ਸਾਹਿਬ ਨੂੰ ਡਰਾਇਆ ਵੀ, ਮਹਾਰਾਜ ਨੇ ਪਰਵਾਹ ਨਹੀਂ ਕੀਤੀ। ਸਮਾਂ ਭੂਤਾਂ ਨੇ ਮਹਾਰਾਜ ਦੀ ਸੇਵਾ ਕੀਤੀ, ਗੰਨੇ ਗੁੰਨੇ ਲੈ ਕੇ ਆਏ ਮਹਾਰਾਜ ਵਾਸਤੇ ਖਾਣ ਵਾਸਤੇ, ਉਹਨਾਂ ਨੇ ਸੇਵਾ ਕੀਤੀ। ਬਿਕੋਜ਼ ਦੇਖੋ, ਇੱਕ ਦੁਨੀਆ ਆਪਾਂ ਦੇਖਦੇ ਹਾਂ, ਮਹਾਰਾਜ ਦੁਨੀਆ ਨੂੰ ਬਣਾਉਣ ਵਾਲੇ ਆ, ਕਿੰਨੇ ਡਾਇਮੈਂਸ਼ਨਸ ਮਹਾਰਾਜ ਨੇ ਦੁਨੀਆ ਦੇ ਬਣਾਏ ਆ।
So you don't think that Maharaj only see what we see. ਹਾਂ ਮਹਾਰਾਜ ਤਾਂ ਬਹੁਤ ਕੁਝ ਦੇਖਦੇ ਨੇ। ਸੋ ਚਲੋ ਉੱਥੇ ਕਰਕੇ ਤੇ ਭਾਈ ਮਤੀ ਦਾਸ ਮਹਾਰਾਜ ਦੇ ਨਾਲ, ਹੁਣ ਜਦੋਂ ਮਹਾਰਾਜ ਨਾਲ ਉਹਨਾਂ ਨੇ ਸਲੂਕ ਮਾੜਾ ਕੀਤਾ, ਮਹਾਰਾਜ ਨੂੰ ਜਾਂ ਭੈੜੀਆਂ ਗੱਲਾਂ ਕਹੀਆਂ, ਮਹਾਰਾਜ ਨੂੰ ਕਿਹਾ ਕਿ ਤੁਸੀਂ ਇਹ ਕਰੋ ਉਹ ਕਰੋ, ਮੁਸਲਮਾਨ ਬਣੋ ਨਹੀਂ ਤਾਂ ਤੁਹਾਨੂੰ ਮਾਰ ਦਿਆਂਗੇ, ਧੱਕੇ ਮਾਰੇ ਮਹਾਰਾਜ ਨੂੰ। ਭਾਈ ਮਤੀ ਦਾਸ ਮਹਾਰਾਜ ਨੂੰ ਕਹਿੰਦਾ, ਪਾਤਸ਼ਾਹ ਹੁਕਮ ਦੇ ਦਿਓ, ਦਿੱਲੀ ਤੇ ਲਾਹੌਰ ਨੂੰ ਮੈਂ ਆਈ ਤੋੜ ਦਾਂਗਾ। ਇੰਨੀ ਸ਼ਕਤੀ ਆ ਗਈ ਸੀ ਭਾਈ ਮਤੀ ਦਾਸ ਦੇ ਵਿੱਚ, ਐਂਡ ਦੈਟ ਮਚ ਆਫ ਸ਼ਕਤੀ ਹੀ ਹੈਡ। ਮਹਾਰਾਜ ਕਹਿੰਦੇ ਨਹੀਂ, ਭਾਈ ਮਤੀ ਦਾਸ ਨੂੰ ਕਿਹਾ ਪਾਣੀ ਵਿੱਚ ਰਹਿਣਾ। ਚਲੋ ਹੁਣ ਕੀ ਹੁੰਦਾ ਹੈ, ਇਹ ਗੱਲ ਜਿਹੜੀ ਸੁਣ ਕੇ ਨਾ ਉਹ ਗਾਡਸ ਨੇ ਜਾ ਕੇ ਔਰੰਗਜ਼ੇਬ ਨੂੰ ਦੱਸ ਦਿੱਤਾ। ਕਹਿੰਦੇ ਔਰੰਗਜ਼ੇਬ ਤੂੰ ਕੀ ਸੋਚਦਾ, ਗੁਰੂ ਵਿੱਚ ਸ਼ਕਤੀਆਂ ਕਰਾਮਾਤਾਂ ਹੈ, ਇਹਦੇ ਸਿੱਖਾਂ 'ਚ ਵੀ ਕਰਾਮਾਤ ਹੈ। ਇਹ ਸਿੱਖ ਕਹਿੰਦਾ ਸੀ ਦਿੱਲੀ ਤੇ ਲਾਹੌਰ ਨੂੰ ਆਈ ਤੋੜ ਦੂਗਾ ਜਿਵੇਂ ਹੱਥਾਂ ਨੂੰ ਆਈ ਮਾਰੀਦਾ। ਉਹ ਕਹਿੰਦਾ, ਔਰੰਗਜ਼ੇਬ ਕਹਿੰਦਾ ਸੱਦ ਕੇ ਲਿਆਓ। ਭਾਈ ਮਤੀ ਦਾਸ ਨੂੰ ਸੱਦਿਆ। ਭਾਈ ਮਤੀ ਦਾਸ ਨੂੰ 3 ਚੋਇਸਸ ਦਿੱਤੇ, ਸ਼ੋ ਕਰਾਮਾਤ ਟੂ ਮੀ, ਜਿਵੇਂ ਰਾਮ ਰਾਏ ਨੇ ਦਿਖਾਈਆਂ, ਕਹਿੰਦਾ ਤੂੰ ਵੀ ਦਿਖਾ, ਕਰਾਮਾਤ ਦਿਖਾ। ਭਾਈ ਮਤੀ ਦਾਸ ਕਹਿੰਦੇ ਕਰਾਮਾਤ ਤਾਂ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਨੇ। ਆ ਸਾਡੇ ਸਿੱਖਾਂ ਨੂੰ ਮੱਥਾ ਟੇਕਣ ਕਰਕੇ ਬਹੁਤ ਕੁਝ ਮਿਲ ਜਾਂਦਾ ਮਹਾਰਾਜ ਦੇ ਚਰਨਾਂ 'ਚ। ਕਹਿੰਦੇ ਹੈਗੀਆਂ ਸ਼ਕਤੀਆਂ, ਪਰ ਮੇਰੇ ਗੁਰੂ ਦਾ ਹੁਕਮ ਨੇ, ਮੈਂ ਨਹੀਂ ਦਿਖਾ ਸਕਦਾ। ਕਹਿੰਦੇ ਚੰਗਾ ਫਿਰ ਮੁਸਲਮਾਨ ਬਣ ਜਾ। ਕਹਿੰਦੇ ਨਹੀਂ, ਆਪਣਾ ਧਰਮ ਨਹੀਂ ਅਸੀਂ ਛੱਡਣਾ। ਤੀਜੀ ਗੱਲ, ਮਰਨ ਨੂੰ ਤਿਆਰ ਹੋ ਜਾ। ਕਹਿੰਦੇ ਤਿਆਰ। ਭਾਈ ਮਤੀ ਦਾਸ ਕਹਿੰਦਾ ਤੂੰ ਕੀ ਤਿਆਰ ਕਰੇਗਾ ਮੈਨੂੰ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਹਿਲਾਂ ਤਿਆਰ ਕਰਕੇ ਹੀ ਲਿਆਇਆ ਇੱਥੇ। I'm here to sacrifice myself, ਮੈਂ ਤਿਆਰ। ਔਰੰਗਜ਼ੇਬ ਕਹਿੰਦਾ ਤੈਨੂੰ ਇਹੀ ਜੀ ਮੌਤ ਮਾਰਾਂਗਾ ਜਿੱਥੇ ਤੂੰ ਮਰਦਿਆਂ ਹੋਇਆਂ ਵੀ ਤੂੰ ਮਿੰਨਤਾਂ ਕਰੇਗਾ, ਤੂੰ ਮੇਰੇ ਅੱਗੇ ਡਿੱਗੇਗਾ। ਭਾਈ ਮਤੀ ਦਾਸ ਕਹਿੰਦੇ ਔਰੰਗਜ਼ੇਬ ਜੋ ਕਰਨਾ। ਕੀ ਹੋਇਆ ਨਾ, ਭਾਈ ਮਤੀ ਦਾਸ ਨੂੰ ਉਸ ਵੇਲੇ ਜਿਹੜਾ ਹਨ ਔਰੰਗਜ਼ੇਬ ਨੇ ਦੂਜਾ ਲਿਆ, ਸਮ ਦਮ ਹੁੰਦੇ ਨਾ ਪੋਲੀਟੀਕਲ ਚੀਜ਼ਾਂ ਜਿਹੜੀਆਂ, ਸੋ ਉਹਦੇ ਵਿੱਚ ਕਹਿੰਦਾ ਭਾਈ ਮਤੀ ਦਾਸ ਨੂੰ ਕਹਿੰਦਾ ਮੈਂ ਤੈਨੂੰ ਬਹੁਤ ਕੁਝ ਦੇ ਦਿਆਂਗਾ, ਤੂੰ ਮੇਰੀ ਗੱਲ ਮੰਨ ਲੈ। ਭਾਈ ਮਤੀ ਦਾਸ ਨੇ ਸਭ ਕੁਝ ਨਾ ਕਰ ਦਿੱਤੀ। ਨਾਓ ਭਾਈ ਮਤੀ ਦਾਸ had three opportunities। ਜੇ ਭਾਈ ਮਤੀ ਦਾਸ ਸ਼ਕਤੀਆਂ ਦਿਖਾ ਦਿੰਦਾ, he could be sitting along on the throne with Aurangzeb, that much of power he could have get। he could be, ਜਿਵੇਂ ਰਾਮ ਰਾਏ ਨੂੰ ਦਿੱਤਾ ਨਾ, see Ram Rai was getting 2 lakh per day from Aurangzeb every day। ਉਨੀ ਮਾਨ ਉਨੀ ਵਡਿਆਈ ਭਾਈ ਮਤੀ ਦਾਸ ਨੂੰ ਮਿਲ ਜਾਣੀ ਸੀਗੀ, ਔਰੰਗਜ਼ੇਬ ਨੇ ਦੇ ਦੇਣੀ ਸੀ। ਦੂਜੀ ਗੱਲ, ਜੇ ਉਦੋਂ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਵੀ ਕਿਹਾ ਭਾਈ ਮਤੀ ਦਾਸ ਜੇ ਜਾਣਾ ਚਾਹੁੰਦਾ ਪੰਜਾਬ ਨੂੰ ਚਲਿਆ ਜਾ, ਯੂ ਜਸਟ ਵਾਕ ਥਰੂ ਦਿਸ ਡੋਰਸ, ਆਲ ਦ ਡੋਰਸ ਵਿਲ ਬੀ ਓਪਨ ਫॉर ਯੂ, ਤੁਸੀਂ ਤੁਰ ਕੇ ਜਾ ਸਕਦੇ, ਤੁਹਾਨੂੰ ਕੋਈ ਨਹੀਂ ਦੇਖੇਗਾ, ਕੋਈ ਨਹੀਂ ਰੋਕੇਗਾ। ਭਾਈ ਮਤੀ ਦਾਸ ਕਹਿੰਦੇ ਨਹੀਂ, ਮਹਾਰਾਜ ਤੁਹਾਡੇ ਨਾਲ ਆਏ ਆ, ਤੁਹਾਡੇ ਕੋਲ ਅਸੀਂ ਰਹਿਣਾ, ਭਾਵੇਂ ਇਹਦੇ ਬਦਲੇ ਸਾਨੂੰ ਕੁਝ ਵੀ ਮਿਲੇ, we don't care, I just want you, I just want to be with you। ਤੀਜੀ ਗੱਲ, ਜੇ ਕਿਤੇ ਭਾਈ ਮਤੀ ਦਾਸ ਜੀ ਨਾ ਕਹਿੰਦੇ ਜੇ ਉਹਨਾਂ ਨੂੰ ਗੁੱਸਾ ਚੜਦਾ, ਉਹ ਖਤਮ ਵੀ ਕਰ ਸਕਦੇ ਸੀ ਮੁਗਲ ਹਕੂਮਤ ਨੂੰ, just like that, he can just finish them off। no, he didn't do it। ਭਾਈ ਮਤੀ ਦਾਸ ਨੂੰ ਫੱਟਿਆਂ ਵਿੱਚ ਖੜਾ ਦਿੱਤਾ, and he is the middle of 2 planks together। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖਣ ਲੱਗੇ ਆ। ਕਾਜੀ ਆਉਂਦਾ ਹੈ, ਕਹਿੰਦਾ ਲਾਸਟ ਵਾਰੀ ਤੈਨੂੰ ਪੁੱਛਣ ਲੱਗੇ ਆ, 3 ਚੀਜ਼ਾਂ ਮੰਨ ਲਾ। ਕਹਿੰਦੇ ਨਹੀਂ। ਕਹਿੰਦੇ ਕੋਈ ਖੁਆਇਸ਼ ਹੈ? ਕਹਿੰਦੇ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ, ਜਿੱਥੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਪਿੰਜਰੇ 'ਚ ਬਿਠਾਇਆ ਨਾ, ਕਹਿੰਦਾ ਮੇਰਾ ਮੂੰਹ ਉਧਰ ਨੂੰ ਕਰ। ਦੇ ਵੈਰੀ ਹੈਪੀਲੀ ਟਰਨ ਦ ਹੋਲ ਥਿੰਗ, ਦੇ ਸੇਡ ਯਾ ਦੇਖ। ਕਿਉਂ? ਉਹ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਦੇਖੇ ਭਾਈ ਮਤੀ ਦਾਸ ਨੂੰ ਚੀਰਿਆ ਜਾ ਰਿਹਾ, ਐਟਲੀਸਟ ਗੁਰੂ ਤੇਗ ਬਹਾਦਰ ਸਾਹਿਬ ਵਿਲ ਹੈਵ ਫੀਅਰ। ਜੇ ਗੁਰੂ ਝੂਠਾ ਹੁੰਦਾ ਤਾਂ ਡਰ ਜਾਣਾ ਸੀ ਨਾ, ਪਰ ਝੂਠਾ ਹੁੰਦਾ ਤਾਂ ਡਰ ਜਾਣਾ ਸੀਗਾ। ਕਹਿੰਦੇ ਗੁਰੂ ਨੂੰ ਦਿਖਾ ਕੇ ਭਾਈ ਮਤੀ ਦਾਸ ਕਹਿੰਦੇ ਮੇਰਾ ਮੂੰਹ ਬਸ ਮੇਰੇ ਗੁਰੂ ਵੱਲ ਕਰ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੁਸੀਂ ਰਾਜ ਦੇਖੋ, ਐਟ ਦੈਟ ਟਾਈਮ ਹੀ ਹੈਡ ਦ ਚੋਇਸ ਆਫ ਟੇਕਿੰਗ ਦ ਰਾਜ, ਟੂ ਬੀ ਪਾਰਟ ਆਫ ਦ ਰਾਜ, ਟੂ ਗੈਟ ਆਲ ਦ ਰਿਸਪੈਕਟ ਦੈਟ ਹੀ ਕੈਨ get all the money assets he can get। ਦੇਖੋ ਰਾਮ ਰਾਏ ਨੂੰ ਦੇਹਰਾਦੂਨ 'ਚ ਕਿੱਡੀ ਵੱਡੀ ਜ਼ਮੀਨ ਦਿੱਤੀ, ਉਹ ਇੱਕ ਰਾਜੇ ਦੀ ਤਰ੍ਹਾਂ ਰਹਿੰਦਾ ਸੀ ਉੱਥੇ। ਔਰੰਗਜ਼ੇਬ gave him that, ਕਿੰਨਾ ਕੁਝ ਉਹਨਾਂ ਨੂੰ ਮਿਲ ਜਾਣਾ ਸੀਗਾ। he said no। ਉਹਦੇ ਸਿਰ ਤੇ ਆਰਾ ਰੱਖਿਆ। ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਆਰਾ ਰੱਖਿਆ ਤੇ ਉਹ ਆਰਾ ਚੱਲਣ ਲੱਗਿਆ, ਇੱਕ ਓੰਕਾਰ ਸਤਨਾਮ ਕਰਤਾ ਪਰ ਆਰਾ ਚੱਲਦਾ ਹੈ until the ara came until the end। the part was only at ਪੰਚ ਪ੍ਰਵਾਨ ਪੰਚ ਪ੍ਰਦਾਨ ਪੰਛੈ ਪਾਵੈ ਦਰਗਹਿ ਮਾਨ। ਕਿਹੜੀ ਪੌੜੀ ਹੈ ਜੀ?
ਉੱਥੇ ਤੱਕ ਭਾਈ ਮਤੀ ਦਾਸ ਦਾ ਬੋਡੀ ਐ ਹੋ ਗਿਆ ਸੀਗਾ, the both side of his body just dropped like that. It was in 2 pieces cut from the center. 2 ਪੀਸ ਹੋ ਕੇ ਡਿੱਗਿਆ ਪਿਆ ਹੈ। ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੌੜੀ ਤੋਂ ਲੈ ਕੇ until ਸ਼ਲੋਕ ਪਵਨ ਗੁਰੂ ਪਾਣੀ ਪਿਤਾ ਭਾਈ ਮਤੀ ਦਾਸ was still reading it. But what happened here was, firstly was only one voice, now 2 voices ਦੇ ਵਿੱਚ ਭਾਈ ਮਤੀ ਦਾਸ ਬੋਲ ਰਹੇ ਜਿਵੇਂ 2 ਪਾਠੀ ਬੈਠੇ ਪਾਠ ਕਰਦੇ ਹੁੰਦੇ ਆ। both of the pieces ਉਹਨਾਂ ਵਿੱਚੋਂ ਜਪਜੀ ਸਾਹਿਬ ਦੀ ਪਾਠ ਦੀ ਆਵਾਜ਼ ਆ ਰਹੀ ਹੈ। ਉੱਥੇ ਮੁਗਲ ਡਰ ਗਏ ਦੇਖ ਕੇ, ਕਹਿੰਦੇ ਇਹ ਕੀ ਹੋ ਰਿਹਾ ਹੈ। Now we stop here for a while. ਉਹ ਟਾਈਮ ਦੇ ਵਿੱਚ you think anybody will dare to touch ਭਾਈ ਮਤੀ ਦਾਸ body? ਆਵਾਜ਼ ਆ ਰਹੀ ਹੈ ਨਾ, you can hear loud and clear. ਦੇਖੋ ਭਾਈ ਮਤੀ ਦਾਸ ਨੇ ਕਰਾਮਾਤ ਨਹੀਂ ਦਿਖਾਈ। ਭਾਈ ਮਤੀ ਦਾਸ ਗੁਰੂ ਦੇ ਹੁਕਮ ਵਿੱਚ ਰਿਹਾ, ਗੁਰੂ ਦੀ ਗੱਲ ਮੰਨੀ ਤੇ ਗੁਰੂ ਮਹਾਰਾਜ ਨੇ ਭਾਈ ਮਤੀ ਦਾਸ ਦੀ ਬੋਡੀ ਤੋਂ ਫੇਰ ਵੀ ਕਰਾਮਾਤ ਕਰਕੇ ਦਿਖਾ ਦਿੱਤੀ। ਭਾਈ ਮਤੀ ਦਾਸ ਇੱਕ ਸਿੱਖ ਹੈ, ਉਹਨੇ ਸਿਰਫ ਆਪਣੇ ਆਪ ਨੂੰ ਗੁਰੂ ਨੂੰ ਦਿੱਤਾ ਹੈ, ਪਰ ਗੁਰੂ ਮਹਾਰਾਜ ਨੇ ਉਹਦੀ ਲਾਜ ਰੱਖੀ। ਉਹਦੇ ਮਰੇ ਹੋਏ ਬੋਡੀ ਦੇ ਵਿੱਚੋਂ 2 ਪੀਸਸ ਦੇ ਵਿੱਚੋਂ ਵੀ ਆਵਾਜ਼ ਆਉਂਦੀ ਰਹੀ। ਇਟ ਡਿਡਨਟ ਸਟਾਪ ਦੈਟ। ਉੱਥੋਂ ਫਿਰ ਭਾਈ ਮਤੀ ਦਾਸ ਨੇ ਅਰਦਾਸ ਵੀ ਕੀਤੀ, ਜਪਜੀ ਸਾਹਿਬ ਦੀ ਅਰਦਾਸ ਕਰਕੇ ਫਿਰ ਸਰੀਰ ਸ਼ਾਂਤ ਹੋਇਆ। ਦੇਖੋ ਗੁਰੂ ਨੇ ਫਿਰ ਵੀ ਉਹਦੀ ਲਾਜ ਰੱਖ ਕੇ ਉਹਦੇ ਸਰੀਰ ਤੋਂ ਕਰਾਮਾਤ ਕਰਕੇ ਦਿਖਾਈ। This is what the Guru does for you. The love of Guru does not stop with your body, with the end of your body. No, it goes very much further. ਇਸ ਕਰਕੇ what ਭਗਤ gets in life, nobody gets in life. Can you just imagine ਪਰਮਾਤਮਾ ਤੁਹਾਡੇ ਨਾਲ ਹੈ। ਪਰਮਾਤਮਾ is doing your job. ਪਰਮਾਤਮਾ is worried about you. You are not worried about yourself. Baby's life is a dream of everybody. That's the life you get as a part. ਮਹਾਰਾਜ ਥੋੜਾ ਸਾਰੇ ਕਾਰਜ ਕਰਦਾ। ਮਹਾਰਾਜ ਤੇ ਛੱਡਿਆ ਹੋਇਆ, you don't have to think about anything. ਕੋਈ regret ਨਹੀਂ, ਕੋਈ ਤੁਹਾਡੇ ਵਿੱਚ ਹਉਮੈ ਨਹੀਂ, ਕੋਈ ਹੰਕਾਰ ਨਹੀਂ। Everything is him. That's it. So ਭਗਤ ਜਿਹੜਾ ਹਨ, ਦੇਖੋ ਇੱਥੇ ਭਗਤ ਤੇ ਭਾਈ ਮਤੀ ਦਾਸ ਜੀ ਸ਼ਹੀਦੀ ਪਾ ਗਏ। For us in Sikhi, we don't believe that ਆਰਾ ਚਲਾਉਂਦੇ ਸੀ, ਆਰਾ ਨਹੀਂ ਚੱਲਿਆ, they tried their best, the ਆਰਾ broken. No. ਮਹਾਰਾਜ ਨੇ ਸੰਸਾਰ ਦੀ ਮਰਿਆਦਾ ਨਹੀਂ ਬਦਲਾਈ। ਮਹਾਰਾਜ ਨੇ ਉਹ ਕਰਾਮਾਤ ਨਹੀਂ ਦਿਖਾਈ ਜਿਹੜੀ ਕੇਵਲ go against the nature। ਉਹ ਨੇਚਰ ਦੀ ਵੀ ਮਰਿਆਦਾ ਪੂਰੀ ਹੋਈ ਤੇ ਕਰਾਮਾਤ ਦੀ ਕਰਾਮਾਤ ਫਿਰ ਵੀ ਹੋਈ। See the difference? ਮਹਾਰਾਜ didn't change night to day, day to night. No. ਮਹਾਰਾਜ ਕਰ ਸਕਦੇ ਨੇ, ਨਹੀਂ, ਮਰਿਆਦਾ ਵੀ ਰੱਖੀ ਤੇ ਨਾਲ ਕਰਾਮਾਤ ਵੀ ਦਿਖਾਈ। See, this is what we call completion. ਦੇਖੋ ਹਮੇਸ਼ਾ ਤੁਸੀਂ ਕਹਾਣੀਆਂ ਸੁਣੋਗੇ ਭਗਤਾਂ ਦੀਆਂ, ਮਹਾਰਾਜ has changed the circumstances, the environment was changed to save his ਭਗਤ, but no, in Sikhi everything is intact, yet ਮਹਾਰਾਜ ਜੀ ਆਪਣੇ ਭਗਤਾਂ ਦੀ ਰੱਖਦੇ ਆ। Until today, if Bhagata Bhai Mati Das was not shown to have at that time, okay, from that day until today, ਉਹ ਨਹੀਂ ਹੋਇਆ ਹੁੰਦਾ, ਉੱਥੇ ਕਰਾਮਾਤ ਹੋ ਜਾਂਦੀ। ਆਪਾਂ ਕੀ ਕਹਿਣਾ ਸੀ, ਹਾਂ ਗੁਰੂ ਹੈਗੇ ਸੀ ਉਦੋਂ, ਆਰਾ ਚੱਲਦਾ ਨਹੀਂ ਚੱਲਿਆ, but today cannot, isn't it? Today ਜੇ ਆਰਾ ਚੱਲਿਆ ਮੇਰੇ ਤਾਂ ਚੱਲ ਪੈਣਾ ਮੇਰੇ ਤੇ। See, that was the what ਆਪਾਂ ਕਹਿੰਦੇ ਆ ਉਹਦਾ circumstances ਕੀ ਹੋਣਾ ਸੀ, ਆਪਾਂ ਉਹ ਚੀਜ਼ ਨੂੰ ਨਹੀਂ ਕਰ ਸਕਦੇ ਸੀ, ਪਰ ਅੱਜ ਤੱਕ ਵੀ ਸਿੱਖ ਸ਼ਹੀਦੀਆਂ ਉਸੇ ਤਰ੍ਹਾਂ ਹੀ ਪਾਉਂਦੇ। Why? ਉਸੇ ਤਰ੍ਹਾਂ ਹੀ ਹੁੰਦਾ ਹੈ, because we don't value the body, we value what you do with the body. What we don't value the time, but what constructive time, productive time that you do with your time, within your time, that is important. देखो लोग ये नहीं कहते तेरे को कितने डेज आ, नो, my task is for 2 days, you can finish in 2 days. उन्होंने ये नहीं परवाह थोड़ी को 20 दिन पे या 20 साल की थोड़ी उम्र, nobody cares. Your task is for 2 days, you complete in 2 days. So यही टाइम है, यही समा है ਜਿਹੜਾ ਆਪਾਂ ਭਗਤੀ ਵਿੱਚ ਲਾਉਣਾ ਹੈ। ਜੇ ਤੁਸੀਂ ਨਹੀਂ ਲਾਇਆ, it's all wasted. Then you can only regret. ਪਰ ਇਹ ਸਮਾਂ ਵੀ ਸਫਲ ਤਾਂ ਹੀ ਹੋਣਾ ਜੇ ਗੁਰੂ ਨਾਲ ਹੋਵੇਗਾ, ਜੇ ਗੁਰੂ ਦੀ ਗੱਲ ਮੰਨਾਂਗੇ। ਇਸ ਕਰਕੇ ਗੁਰੂ ਤੋਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ। ਫੇਰ ਨਹੀਂ ਕੋਈ ਪੁੱਛੇਗਾ ਗੁਰੂ ਨੇ ਕੇਸ ਰੱਖਣ ਨੂੰ ਕਿਉਂ ਕਿਹਾ, why ਗੁਰੂ ਸੇ like that, why nobody. You see now we are very complicated people. ਆਪਣੇ ਅੱਜ ਪ੍ਰੋਬਲਮ ਸਾਰਾ ਕਿੱਥੋਂ ਆ ਰਿਹਾ ਹੈ, because we are very complicated and we are not sincere.
ਜਦੋਂ ਕੋਈ ਕਹਿੰਦਾ ਹੈ ਇਹ ਆ ਬਾਣੀ ਇਹ ਗੁਰੂ ਦੀ ਬਾਣੀ ਨਹੀਂ ਨੋ ਬਿਕਾਜ਼ ਵੀ ਕੈਨਟ ਫੋਲੋ ਇਟ so it cannot be it this one guru never say like that he say like that no he mean like that no like that oh sara chamela pata so we are very confused people just imagine je tusi aj apne man nu ek gal keh do what Guru Nanak is saying what Guru Nanak has instructed that is the ultimate nothing else will you come with this kind of questions you tell me for you are happy because Guru is giving you hukam to do this see we are so lucky people ਮਹਾਰਾਜ ਨੇ ਆਪਣਾ ਹੁਕਮ ਦੇ ਦਿੱਤਾ ਹੈ ਕਈਆਂ ਨੂੰ ਤਾਂ ਹੁਕਮ ਨਹੀਂ ਮਿਲਦਾ ਕਿੰਨੇ ਜਨਮ ਵਿਚਾਰੇ ਦੇ ਮੁੱਕ ਜਾਂਦੇ ਉਹਨਾਂ ਦਾ ਹੁਕਮ ਨਹੀਂ ਕੋਈ ਹੁੰਦਾ ਜਿਵੇਂ ਕੋਈ ਕਹੇ ਨਾ ਟੈਲ ਮੀ ਵਾਟ ਟੂ ਡੂ ਕੋਈ ਨਾ ਦੱਸੇ ਤੁਹਾਨੂੰ ਕੀ ਕਰਨਾ ਹੈ ਕੀ ਹੋਗਾ ਤੁਹਾਡਾ ਐਟ ਲੀਸਟ ਨਾਓ ਗੁਰੂ ਹੈਜ਼ ਟੋਲਡ ਯੂ ਸਮਥਿੰਗ ਟੂ ਡੂ ਤੁਸੀਂ ਕਰੋ ਤੁਹਾਡੀ ਮੁਕਤੀ ਤੁਹਾਡੇ ਹੱਥ 'ਚ ਦੈਟਸ ਇਟ ਮਹਾਰਾਜ ਨੇ ਇੰਨੇ ਕੰਪਲਿਕੇਟਡ ਜਿਹੜੀ ਦੁਨੀਆ ਦੇਖੋ ਹੁਣ ਵੇਦ ਸ਼ਾਸਤਰ ਪੁਰਾਣਾ ਸਿਮਰਤੀਆਂ ਕਹਿੰਦੇ ਆ ਇਹ ਕਰਮ ਕਰੋ ਇਹ ਮਿਲੂਗਾ ਇਹ ਕਰੋ ਇਹ ਮਿਲੂਗਾ ਕਿੰਨਾ ਕੰਪਲਿਕੇਟਡ ਹੈ ਬੰਦਾ ਪੜ੍ਹ ਕੇ ਸੋਚਦਾ ਹੈ ਮੈਂ ਕਿੱਥੋਂ ਸ਼ੁਰੂ ਕਰਾਂ ਗੁਰੂ ਨੇ ਸਭ ਕੁਝ ਮੁਕਾ ਕੇ ਬਾਣੀ ਦੇ ਵਿੱਚ ਐਡਾ ਵੱਡਾ ਵੇਦ ਆ ਇੱਕ ਲਾਈਨ ਦੇ ਵਿੱਚ ਤੁਹਾਨੂੰ ਦੇ ਦਿੱਤਾ ਸਭ ਕੁਝ ਮਹਾਰਾਜ ਨੇ ਸਾਰੀ ਬਾਣੀ ਦੇ ਵਿੱਚ ਸਾਰਾ ਸਮਰਾਈਜ਼ ਕਰਤਾ ਕਿੱਡਾ ਸਾਰਾ ਜੀਵਨ ਹੁੰਦਾ ਮਹਾਰਾਜ ਇੱਕ ਸ਼ਬਦ ਵਿੱਚ ਸਭ ਕੁਝ ਦੱਸ ਦਿੰਦੇ ਆ ਦੈਟਸ ਇਟ ਤੁਹਾਨੂੰ ਸੋਚਣ ਦੀ ਲੋੜ ਹੀ ਨਹੀਂ ਤੁਹਾਨੂੰ ਸੋਚਣ ਦੀ ਕੀ ਲੋੜ ਤੁਹਾਨੂੰ ਸਿਰਫ ਮੰਨਣ ਦੀ ਲੋੜ ਹੈ ਸੋਚਣ ਦੀ ਲੋੜ ਨਹੀਂ ਜਸਟ ਓਬੇ ਦੈਟਸ ਇਟ ਸੋ ਉਹਨੂੰ ਕਹਿੰਦੇ ਆ ਸਰੈਂਡਰ ਹੋਣਾ ਫਿਰ ਮਹਾਰਾਜ ਦੇ ਸਨਮੁਖ ਹੋਣਾ ਗੁਰਮੁਖ ਹੋਣਾ ਜੋ ਮਹਾਰਾਜ ਕਹੇ ਭਾਈ ਮਤੀ ਦਾਸ ਨੂੰ ਪੁੱਛਿਆ ਕੀ ਲੈਣਾ ਹੈ ਉਹਨੇ ਸਾਰਾ ਦੁਨੀਆ ਦਾ ਸੁੱਖ ਛੱਡ ਦਿੱਤਾ ਰਾਜ ਛੱਡ ਦਿੱਤਾ ਕੀ ਚਾਹੀਦਾ ਮੇਰਾ ਮੂੰਹ ਗੁਰੂ ਵੱਲ ਕਰ ਦੇ ਦੈਟਸ ਆਲ ਆਈ ਵਾਂਟ ਦੈਟਸ ਆਲ ਹੀ ਆਸਕਡ ਫॉर ਫਿਰ ਮਹਾਰਾਜ ਜੀ ਦੇਖੋ ਭਾਈ ਮਤੀ ਦਾਸ ਨੂੰ 2 ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਦਾ ਪਾਠ ਕਰਾਉਂਦੇ ਦਿਸ ਇਜ਼ ਮਹਾਰਾਜ ਦੀ ਕਿਰਪਾ ਨਾ ਮੈਂ ਗੁਣਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਦੇਖੋ ਗੁਰੂ ਮਹਾਰਾਜ ਕੀ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਮੈਂ ਗੁਣਬੰਦ ਮੈਂ ਗੁਣਾ ਦਾ ਬੰਨਿਆ ਹੋਇਆ ਸਗਲ ਕੀ ਜੀਵਨ ਭਾਵੇਂ ਮੈਂ ਸਾਰਿਆਂ ਦਾ ਜੀਵਨ ਰੂਪ ਹਾਂ ਕਹਿੰਦੇ ਮੇਰਾ ਜੀਵਨ ਕੀ ਹੈ ਕਹਿੰਦਾ ਮੇਰੇ ਦਾਸ ਮੇਰੀ ਲਾਈਫ ਆਈ ਐਮ ਦ ਲਾਈਫ ਫॉर एवरीवन ਬਟ ਮਾਈ ਲਾਈਫ ਇਜ਼ ਮਾਈ ਭਗਤ ਮਾਈ ਸ਼ਬਦ ਮਾਈ ਦਾਸ they are my life so Maharaj live through his ਭਗਤ ਮਹਾਰਾਜ ਆਪਣੇ ਆਪ ਨੂੰ ਆਪਣੇ ਭਗਤਾਂ ਵਿੱਚ ਦਿਖਾਉਂਦੇ ਨੇ see this is the man that you get this is the honor that you get when you surrender yourself to the Guru and I can tell you do it in this life you want to do it after 10,000 lives it's up to you ਤੁਹਾਡੀ ਮੁਕਤੀ ਐਂ ਹੋਣੀ ਚਾਹੇ ਹੁਣ ਕਰ ਲਓ ਚਾਹੇ ਬਾਅਦ ਚ ਕਰ ਲਓ ਤੁਹਾਡੀ ਮਰਜ਼ੀ ਹੈ ਉਹ ਵੀ ਜੇ ਤੁਹਾਨੂੰ ਚਾਂਸ ਮਿਲ ਗਈ ਜੇ ਨਾ ਮਿਲੀ then no promise okay ਚਲੋ ਜੀ conclusion ਭਗਤ ਜਿਹੜੇ ਨੇ ਉਹ ਪਰਮਾਤਮਾ ਦੇ ਪਿਆਰੇ ਨੇ ਉਹ ਸਿਰਫ ਪਰਮਾਤਮਾ ਨਾਲ ਹੀ ਪਿਆਰ ਕਰਦੇ ਨੇ ਉਹ ਦੁਨੀਆ ਤੋਂ ਜਿਹੜੇ ਹਨ ਸਿੱਧੇ ਸਾਦੇ ਰਹਿੰਦੇ ਨੇ ਉਹ ਕਿਸੇ ਨਾਲ ਧੋਖਾ ਦਗਾ ਨਹੀਂ ਕਰਦੇ ਕਿਸੇ ਨਾਲ ਮਾੜਾ ਨਹੀਂ ਕਰਦੇ ਉਹਨਾਂ ਦਾ ਸੁਭਾਅ ਜਿਹੜਾ ਸਿੱਧਾ ਹੀ ਰਹਿੰਦਾ ਹੈ ਉਹਨਾਂ ਦੀ ਕੰਪਲਿਸਿਟੀ ਨਹੀਂ ਆਉਂਦੀ ਉਹਨਾਂ ਦੇ ਮਨ ਦੇ ਵਿੱਚ ਉਹ ਆਪਣੇ ਆਪ ਨੂੰ ਕਨਫਿਊਜ਼ ਨਹੀਂ ਕਰਦੇ do you think by reading WhatsApp messages you can get liberated no bhai cannot you must read bani just read bani ਬਾਣੀ ਪੜੋ ਹਾਂਜੀ ਆਹ ਗੱਲਾਂ ਬਾਤਾਂ ਕਰਕੇ ਨਾ ਮੀਟਿੰਗਾਂ ਕਰਕੇ ਆਪਾਂ ਫੈਸਲਾ ਕਰਨਾ ਜੀ ਆ ਕੀ ਭਾਈ ਤੁਸੀਂ ਕੌਣ ਹੁੰਦੇ ਆ ਫੈਸਲਾ ਕਰਨ ਵਾਲੇ ਫੈਸਲਾ ਤਾਂ ਗੁਰੂ ਗੋਬਿੰਦ ਸਿੰਘ ਕਰ ਗਿਆ ਜਿਹੜਾ ਕਰਨਾ ਸੀਗਾ ਸੋ ਗੱਲ ਤਾਂ ਆਪਾਂ ਨੇ ਮੰਨਣੀ ਹੋਈ ਆ ਵੀ ਆਰ ਨਾਟ ਡਿਸੀਜਨ ਮੇਕਰਸ ਅੱਗੇ ਆਪਾਂ ਮੰਨਣ ਵਾਲੇ ਪਰ ਸਿੱਖ ਹਾਂ ਗੁਰੂ ਆਪਾਂ ਨੂੰ ਗੁਰੂ ਨਹੀਂ ਬਣਾ ਕੇ ਗਿਆ ਆਪਾਂ ਨੂੰ ਸਿੱਖ ਬਣਾ ਕੇ ਗਿਆ ਭਾਵੇਂ ਨਾ ਭਾਵੇਂ ਗੁਰੂ ਰੱਖ ਲਓ ਉਹ ਤਾਂ ਵੱਖਰੀ ਗੱਲ ਆ ਸੋ ਚਲੋ ਸੋ ਕਹਿੰਦੇ ਭਗਤ ਵਾਸਤੇ ਉਹਦੇ ਪਰਮਾਤਮਾ ਉਹਦੇ ਮਾਸਟਰ ਨਾਲੋਂ ਕੋਈ ਵੀ ਵੱਡਾ ਨਹੀਂ ਹੁੰਦਾ ਸਭ ਤੋਂ ਵੱਡਾ ਪਰਮਾਤਮਾ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੱਲ ਮੁੱਕੀ ਸਭ ਤੋਂ ਵੱਡਾ ਗੁਰੂ ਨਾਨਕ ਹੈ ਫਿਰ ਕਹਿੰਦੇ ਪਰਮਾਤਮਾ ਜਿਹੜਾ ਹੈ ਕਹਿੰਦੇ ਉਹਦਾ ਜਿਹੜਾ ਹੈ ਉਹਦੀ ਹਰ ਇੱਕ ਗੱਲ ਤੇ ਨਾ ਕਹਿੰਦੇ ਗੁਰੂ ਜਿਹੜਾ ਹੈ ਨਾ ਉਹ ਸਭ ਕੁਝ ਹੈ ਉਹਦੇ ਵਾਸਤੇ ਉਹਨਾਂ ਦੀ ਲਾਈਫ ਹੀ ਗੁਰੂ ਹੈ ਜੇ ਗੁਰੂ ਨਹੀਂ ਤਾਂ ਡੈਥ ਹੈ ਸੋ ਸਿੱਖ ਲਾਈਫ ਤੋਂ ਡੈਥ ਤੋਂ ਨਹੀਂ ਡਰਦਾ ਡੈਥ ਇਜ਼ ਨਾਟ ਅ ਪ੍ਰੋਬਲਮ ਫॉर ਯੂ when you live the life that the Guru has given you then why you want to fear death ਉਹ ਤਾਂ ਹੁੰਦਾ ਹੀ ਨਹੀਂ ਚਲੋ ਭਗਤ ਜਿਹੜੇ ਨੇ ਉਹ ਦੁਨੀਆ ਵਿੱਚ ਸਭ ਤੋਂ ਫੋਕਸ ਬੰਦੇ ਉਹੀ ਨੇ ਸੋ ਜਿਹੜਾ ਹਨ ਗੁਰਮੁਖ ਜਿਹੜੇ ਨੇ ਜਿਹੜਿਆਂ ਨੂੰ ਗੁਰਮੁਖ ਹੁਣ ਦੇਖੋ ਆ ਦੁਨੀਆ ਦੇ ਵਿੱਚ ਜਿਹੜਾ ਗੁਰਮੁਖ ਬਣ ਜਾਂਦਾ ਨੇ ਜਾਂ ਗੁਰੂ ਦੀ ਗੱਲ ਸੁਣਦਾ ਉਹੀ ਭਗਤ ਹੈ ਉਹੀ ਸੱਚਾ ਭਗਤ ਹੈ ਬਿਕਾਜ਼ ਵਾਈ you see your families may be drinking
कोई जरा ड्रिंक करता है, कोई नशा पींदा है, कोई मांस खाता है, कोई ये करता, कोई बदफैलियां करता, बहुत कुछ करता है. You have the money, you have the means, you can do. You can afford a bottle of wine, brandy ਤੁਸੀਂ ਪੀ ਸਕਦੇ ਹੋ. ਤੁਸੀਂ ਮਾਸ ਲਿਆ ਕੇ the best ਮਾਸ ਤੁਸੀਂ ਖਾ ਸਕਦੇ ਹੋ. You can afford to go to the best restaurants you can go. ਹੋਰ ਸਭ ਕੁਝ ਤੁਸੀਂ ਅਫੋਰਡ ਕਰ ਸਕਦੇ ਹੋ, yet you don't do. That is Gurmukh. If you don't have money, you say, yeah, I'm Gurmukh la, I'm not supposed to do this. But you don't have money, bhai, you cannot do. You want to do, so you cannot do. Gurmukh ਤਾਂ ਉਹ ਆ ਨਾ, ਸਾਡੇ ਮੀਨਸ ਤੁਹਾਡੇ ਕੋਲ ਨੇ, ਪਰ ਫਿਰ ਵੀ ਤੁਸੀਂ ਨਹੀਂ ਕਰਨਾ. ਫਿਰ ਵੀ ਤੁਸੀਂ ਗੁਰੂ ਨੂੰ ਅੱਗੇ ਰੱਖਣਾ. Anything you do, you keep the Guru before you. So that is Gurmukh. So ਪਰਮਾਤਮਾ ਜਿਹੜਾ ਹੈ ਆਪਣੇ ਭਗਤਾਂ ਦੇ ਵਿੱਚ ਵਸਦਾ ਹੈ, ਆਪਣੇ ਭਗਤਾਂ ਦੇ ਵਿੱਚ ਹੀ ਰਹਿੰਦਾ ਹੈ. So this is called ਭਗਤ. So now ਭਗਤ, the word ਭਗਤ, now we have just given a tip of the iceberg. ਆਏ ਭਗਤਾਂ ਦੀ ਕਥਾ ਕਰੀ ਜਾਓ, ਮੁੱਕਣੀ ਨਹੀਂ. ਪਰ ਭਗਤ means very simply you dedicate your life. Tell yourself today the most valuable, the most precious is Guru ਦਾ ਬਚਨ. ਉਹਨੂੰ ਕਮਾ ਲਓ. ਜੋ ਗੁਰੂ ਕਹਿੰਦਾ ਹੈ ਨਾ ਉਹੀ ਕਰੋ. ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ. Doesn't have to, you don't have to listen to anybody other than you. Just listen to the Guru. ਗੁਰੂ ਮਹਾਰਾਜ ਤੁਹਾਨੂੰ ਸਭ ਕੁਝ ਦੱਸ ਰਹੇ ਨੇ. ਐਂਡ ਮਹਾਰਾਜ ਤੇ ਭਰੋਸਾ ਰੱਖੋ, ਫੇਥ ਰੱਖੋ, ਮਹਾਰਾਜ ਤੁਹਾਡੇ ਸਾਰੇ ਕਾਰਜ ਕਰ ਦੇਣਗੇ. ਕਿਸੇ ਹੋਰ ਤੇ ਭਰੋਸਾ ਨਾ ਰੱਖੋ. ਓਕੇ, ਇਹ ਗੱਲ ਕਿਤੇ ਵੀ ਨਾ ਕਹਿਓ ਕਿ ਦੁਨੀਆ ਮਤਲਬੀ ਆ ਜੀ, ਦੁਨੀਆ ਮਤਲਬ ਜੈਸ਼ ਕੌਣ ਨਹੀਂ ਮਤਲਬੀ, ਮੈਂ ਵੀ ਮਤਲਬੀ ਹਾਂ, ਤੁਸੀਂ ਵੀ ਮਤਲਬੀ ਹੋ. ਇਹ ਗੱਲ ਨਾ ਕਰੋ. ਇਹ ਅ ਨੋਰਮ. ਪਰ ਤੁਸੀਂ ਕੀ ਕਰਨਾ, ਤੁਸੀਂ ਭਰੋਸਾ ਆਪਣਾ ਗੁਰੂ ਤੇ ਰੱਖੋ ਨਾ, ਪਰਮਾਤਮਾ ਤੇ ਰੱਖੋ ਨਾ. ਦੁਨੀਆ ਤੇ ਕਿਉਂ ਰੱਖਦੇ ਹੋ? ਦੁਨੀਆ ਤਾਂ ਕਿਸੇ ਦੀ ਨਹੀਂ ਹੋਈ, ਨਾ ਪਿਛਲਿਆਂ ਦੀ ਹੋਈ ਹੈ, ਨਾ ਤੁਹਾਡੀ ਹੋਣੀ ਹੈ. ਇਹ we also want to go, we are going one day, we are going to be replaced with other people as well. So why you worry? You take the best out of the world, which is bhakti, which is your dedication to the Guru. Do how much seva you can. सेवा करनी है ना, निम्रता रखनी है. सो इन्ने बचन ਜਿਹੜੇ ਹਨ ਪ੍ਰਵਾਨ ਕਰਨੇ ਜੀ. सो नेक्स्ट ਜਿਹੜਾ ਆਪਣਾ ਟਾਈਟਲ ਹੋਗਾ ਭੋਲਾ ਪਾਓ, ਭੋਲੇ ਪਾਵੇ ਮਿਲੇ ਰਗਰਾਇਆ. सो वी कम टू दैट ਵੀ ਇਹ ਸੁਭਾਅ कैरेक्टर ਕਿਹੋ ਜਿਹਾ ਚਾਹੀਦਾ ਪਰਮਾਤਮਾ ਦੀ ਪ੍ਰਾਪਤੀ ਵਾਸਤੇ. ਇਹ ਅਗਲੀ ਵਾਰੀ 16ਵੇਂ ਐਪੀਸੋਡ ਚ ਆਪਾਂ ਇਹਦੀ ਵਿਚਾਰ ਕਰਾਂਗੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ